ठीक है। ਤਾਂ ਜਿਹੜਾ ਇਹ ਮੈਥਡ ਹੈ ਜੀ, ਇਹ ਆਪਣੇ ਵਿੱਚ ਪੈਰਾਗ੍ਰਾਫ ਕੰਟੇਨ ਦੇ ਵਿੱਚ ਵੀ ਲੱਗ ਜੂਗਾ, एच भी लग जाएगा। देखो अलग अलग टीचर्स का अलग अलग मनना है, ठीक है। की है जे ये पहला पढ़ लोगे, ਜਿਹੜੇ ਆਪਾਂ ਤੁਸੀਂ ਸੁਣਦੇ ਹੋ ਨਾ ਕਈ ਵਾਰੀ ਗੱਲਾਂ ਵੀ ਪਹਿਲੀਆਂ ਦੋ ਲਾਈਨਾਂ ਲਾਸਟ ਦੋ ਲਾਈਨਾਂ, ਉਹਦੇ ਪਿੱਛੇ ਲੌਜੀਕ ਕੀ ਹੈ, ਉਹ ਕਹਿ ਤਾਂ ਦਿੰਦੇ ਨੇ ਪਹਿਲੀਆਂ ਦੋ ਲਾਈਨਾਂ ਪੜ੍ਹ ਲਓ ਲਾਸਟ ਦੋ ਲਾਈਨਾਂ ਪੜ੍ਹ ਲਓ ਆਨਸਰ ਮਿਲ ਜੂਗਾ, ਠੀਕ ਹੈ। ਬਟ ਉਹਦੇ ਪਿੱਛੇ ਐਕਚੁਅਲੀ ਚ ਲੌਜਿਕ ਕੀ ਹੈ, ਜੇ ਤੁਸੀਂ ਇਹਨਾਂ ਨੂੰ ਪਹਿਲਾਂ ਪੜ੍ਹਿਆ ਹੋਊਗਾ ਨਾ ਤਾਂ ਤੁਹਾਨੂੰ ਇੱਧਰ ਪਹਿਲੀਆਂ ਦੋ ਲਾਈਨਾਂ ਤੋਂ ਹੀ ਆਈਡੀਆਜ਼ ਮਿਲਣੇ ਸ਼ੁਰੂ ਹੋ ਜਾਣਗੇ, ਠੀਕ ਹੈ। ਹੁਣ ਇਹਦੇ ਵਿੱਚ ਇਹਨਾਂ ਨੇ ਇਹ ਪੈਰਾਗ੍ਰਾਫ ਦੀ ਰਿਕੁਆਇਰਮੈਂਟ ਆਪਣੇ ਕੋਲ ਹੈ ਨਹੀਂ, ਠੀਕ ਹੈ, ਤਾਂ ਆਪਾਂ ਇਹ ਪੜਾਂਗੇ ਵੀ ਨਹੀਂ, ਠੀਕ ਹੈ। ਬਟ ਚਲੋ ਮੇਨ ਆਪਾਂ ਚੀਜ਼ਾਂ ਦੇਖਦੇ ਹਾਂ। ਪਹਿਲਾਂ ਤਾਂ ਆਪਣੇ ਕੋਲੇ ਸਭ ਤੋਂ ਪਹਿਲਾਂ ਹੈ ਜੀ, ਪਹਿਲੀ ਹੈਡਿੰਗ ਦੇਖੋ, ਦੀ ਬੈਸਟ ਮੂਵਮੈਂਟ ਟੂ ਮਾਈਗ੍ਰੇਟ। ਆਪਾਂ ਥੋੜੇ ਦਿਨ ਪਹਿਲਾਂ ਇੱਕ ਲਿਸਨਿੰਗ ਵੀ ਕਰੀ ਸੀ ਬਰਡ ਮਾਈਗ੍ਰੇਸ਼ਨ ਦੇ ਉੱਪਰ, ਯਾਦ ਹੈ? ਲਾਸਟ 4th ਸੈਕਸ਼ਨ ਕੀਤਾ ਸੀ ਆਪਾਂ, ਜਿਹਦੇ ਚ ਉਹਦਾ ਆਨਸਰ ਨੈਕ ਸੀਗਾ, ਮਡ ਸੀਗਾ, ਯਾਦ ਹੈ? ਹਾਂਜੀ ਸਰ। ਠੀਕ ਹੈ, ਉਹੀ ਉਦਾਂ ਦੀ ਇਹ ਗੱਲਾਂ ਬਾਤਾਂ ਇਹਦੇ ਚ ਹੋਣੀਆਂ ਨੇ। ਤਾਂ ਬੈਸਟ ਮੂਵਮੈਂਟ ਟੂ ਮਾਈਗ੍ਰੇਟ, ਲਾਈਕ ਕੋਈ ਐਸੇ ਪਲ ਦੀ ਵੇਟ, ਉਸ ਪੈਰੇ ਦੇ ਵਿੱਚ ਕੁਝ ਗੱਲਾਂ ਹੋ ਰਹੀਆਂ ਹੋਣਗੀਆਂ। ਇਹ ਹੈ ਕਿਹਦੇ ਉੱਪਰ ਰੀਡਿੰਗ? ਬਰਡ ਮਾਈਗ੍ਰੇਸ਼ਨ। ਮਾਈਗ੍ਰੇਸ਼ਨ ਮਤਲਬ ਇੱਧਰ ਉੱਧਰ ਜਾਣਾ, ਮੂਵ ਕਰਨਾ, ਠੀਕ ਹੈ। ਇੱਕ ਸੈਕਿੰਡ ਰੁਕਿਓ ਜਸਟ। ਤਾਂ ਇਹਦੇ ਵਿੱਚ ਜਿਹੜੀਆਂ ਗੱਲਾਂ ਹੋਣਗੀਆਂ, ਲਾਈਕ ਇਸ ਪੈਰੇ ਨੂੰ ਹੁਣ ਆਪਾਂ ਨੂੰ ਪਹਿਲੀਆਂ ਇੱਕ ਦੋ ਲਾਈਨਾਂ ਤੋਂ ਇਦਾਂ ਦੇ ਸਾਈਨ ਮਿਲਣ ਲੱਗ ਜਾਂਦੇ ਹੁੰਦੇ ਨੇ, ਠੀਕ ਹੈ। ਦੋ ਤੋਂ ਨਾ ਮਿਲੇ ਤਾਂ ਤੀਜੀ ਤੋਂ ਮਿਲ ਜੂਗਾ ਕੁਛ ਨਾ ਕੁਛ, ਠੀਕ ਹੈ। ਤਾਂ ਬੈਸਟ ਮੂਵਮੈਂਟ ਟੂ ਮਾਈਗ੍ਰੇਟ, ਉਸ ਪੈਰੇ ਦੇ ਵਿੱਚ ਗੱਲਾਂ ਹੋ ਰਹੀਆਂ ਹੋਣਗੀਆਂ, ਇਹਨਾਂ ਦਾ ਕੋਈ ਇੱਕ ਬੈਸਟ ਮੂਵਮੈਂਟ ਦੀ ਵੇਟ ਕਰਦੇ ਨੇ ਪੰਛੀ, ਵੀ ਆਹ ਕੁਛ ਇਦਾਂ ਦਾ ਮੂਵਮੈਂਟ ਆਵੇ ਤੇ ਅਸੀਂ ਉੱਡ ਜਾਈਏ, ਮਾਈਗ੍ਰੇਟ ਕਰ ਜਾਈਏ, ਠੀਕ ਹੈ। ਅੱਗੇ ਕਹਿੰਦੇ ਅਨਐਕਸਪਲੇਨਡ ਰਿਜੈਕਸ਼ਨ ਆਫ ਕਲੋਜ਼ਰ ਫੀਡਿੰਗ ਗਰਾਊਂਡ। ਉਸ ਪੈਰੇ ਦੇ ਵਿੱਚ ਕੀ ਗੱਲਾਂ ਹੋਣਗੀਆਂ, ਅਜ਼ੰਪਸ਼ਨਸ ਲਗਾਇਆ ਕਰੋ, ਈਜ਼ੀ ਕਰਿਆ ਕਰੋ ਆਪਣੇ ਆਪ ਨੂੰ ਜਿੰਨਾ ਕਰ ਸਕਦੇ ਹੋ। ਤਾਂ ਅਨਐਕਸਪਲੇਨਡ ਯਾਨੀ ਕਿ ਕਿੱਦਾਂ ਦੇ ਵਰਡ ਯੂਜ਼ ਕਰ ਸਕਦੇ ਨੇ ਕਿ ਉਹ ਚੀਜ਼ ਅਧੂਰੀ ਰਹਿ ਗਈ, ਕੋਈ ਮੁੱਦਾ ਖੜਾ ਹੋਇਆ ਬਟ ਉਹ ਕੰਪਲੀਟ ਨਹੀਂ ਹੋਇਆ, ਠੀਕ ਹੈ। ਅਨਐਕਸਪਲੇਨਡ ਰਿਜੈਕਸ਼ਨ ਆਫ ਕਲੋਜ਼ਰ, ਵੀ ਕਿਉਂ ਪੰਛੀ ਆਪਣੇ ਨੇੜੇ ਦੇ ਜਿਹੜੇ ਗਰਾਊਂਡ ਨੇ, ਫੀਡਿੰਗ ਗਰਾਊਂਡ ਹੈ, ਉਹਨਾਂ ਨੂੰ ਰਿਜੈਕਟ ਕਰ ਦਿੰਦੇ ਨੇ ਤੇ ਉਹ ਗੱਲ ਐਕਸਪਲੇਨ ਵੀ ਨਹੀਂ ਕੀਤੀ ਹੋਏਗੀ ਉਸ ਬੀਪੀ ਦੇ ਵਿੱਚ। ਲਾਈਕ ਗੱਲ ਸ਼ੁਰੂ ਹੋਈ ਹੋਏਗੀ, ਇਦਾਂ ਹੋ ਸਕਦਾ, ਜਾਂ ਉਹਦੇ ਵਿੱਚ ਕੁਝ ਇਦਾਂ ਦੀਆਂ ਗੱਲਾਂ ਹੋਣਗੀਆਂ ਕਿ ਆਹ ਚੀਜ਼ ਹੈ ਤੇ ਇਹਦਾ ਕੋਈ ਆਨਸਰ ਵੀ ਨਹੀਂ ਅੱਜ ਤੱਕ ਮਿਲਿਆ, ਠੀਕ ਹੈ। ਅੱਗੇ ਕਹਿੰਦੇ ਦੀ ਇਨਫਲੂਐਂਸ ਆਫ ਵੈਦਰ, ਤੇ ਵੈਦਰ ਕਿਹੜਾ? ਮੌਸਮ ਵਾਲਾ ਵੈਦਰ ਹੈ, ਠੀਕ ਹੈ। ਦੀ ਇਨਫਲੂਐਂਸ ਵੈਦਰ ਦਾ ਯਾਨੀ ਕਿ ਮੌਸਮ ਦਾ ਕੀ ਪ੍ਰਭਾਵ ਹੈ, ਦੇਖਦੇ ਹਾਂ। ਦੀ ਇਨਫਲੂਐਂਸ ਆਫ ਵੈਦਰ ਔਨ ਦੀ ਮਾਈਗ੍ਰੇਸ਼ਨ ਰੂਟ, ਓਕੇ, ਜਿਹੜੇ ਰੂਟ ਤੋਂ ਪੰਛੀ ਉੱਡਦੇ ਨੇ ਉਹਦੇ ਉੱਪਰ ਲਾਈਕ ਉੱਥੇ ਮੌਸਮ ਵਗੈਰਾ ਦੀਆਂ, ਆਟਮ, ਸਪ੍ਰਿੰਗ, ਇਦਾਂ ਦੀਆਂ ਕੁਝ ਤੁਹਾਨੂੰ ਗੱਲਾਂ ਮਿਲ ਸਕਦੀਆਂ ਨੇ, ਠੀਕ ਹੈ। ਓਕੇ, physical characteristics of that allow birds to migrate, okay। ਤਾਂ ਇਹ ਜਿਸ ਬੀਪੀ ਦਾ ਆਨਸਰ ਹੋਊਗਾ ਉਹਦੇ ਵਿੱਚ ਬਰਡਸ ਦੀਆਂ ਲਾਈਕ ਬੋਡੀ ਪਾਰਟਸ ਨੂੰ ਲੈ ਕੇ ਗੱਲਾਂ ਹੋ ਸਕਦੀਆਂ ਨੇ, ਵੀ ਉਹਨਾਂ ਦੀਆਂ ਕੀ ਟ੍ਰੇਟਸ ਨੇ, ਠੀਕ ਹੈ, ਜਿਹੜੀਆਂ ਉਹਨਾਂ ਨੂੰ ਅਲਾਉ ਕਰਦੀਆਂ ਨੇ ਵੀ ਉੱਡ ਲਓ, ਮਾਈਗ੍ਰੇਟ ਕਰ ਲਓ, ਠੀਕ ਹੈ। ਮੈਂ ਫਿਰ ਰਿਮਾਈਂਡ ਕਰਾ ਦਿਆਂ, ਇੱਕ ਮੈਥਡ ਆਪਾਂ ਕੱਲ ਕਰਿਆ ਸੀਗਾ, ਉਹ ਕਿਹੜਾ ਸੀਗਾ ਕਿ ਬੀਪੀ ਪੜੋ ਤੇ ਆ ਕੇ ਇੱਧਰ ਮੈਚ ਕਰੋ। ਬਟ ਜਿਹੜਾ ਮੈਂ ਪਰਸਨਲੀ ਯੂਜ਼ ਕਰਦਾ, ਮੈਂ ਆਹ ਕਰਦਾ, ਲਾਈਕ 1 ਮਿੰਟ ਪਹਿਲਾਂ ਮੈਂ ਇਹਨਾਂ ਤੇ ਸਪੈਂਡ ਕਰਦਾ, 1-1.5 ਮਿੰਟ, ਤੇ ਮੇਰੇ ਮਾਈਂਡ 'ਚ ਆ ਜਾਂਦੀਆਂ ਨੇ। ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਮੰਨ ਕੇ ਚਲੋ ਮੈਂ ਪਹਿਲਾਂ ਬੀਪੀ ਪੜ੍ਹ ਕੇ ਆਇਆ, ਫਿਰ ਮੈਂ ਮੈਥਡ ਐਲੀਮੀਨੇਸ਼ਨ ਹੀ ਯੂਜ਼ ਕਰਨਾ, ਮੈਂ ਸਾਰੀਆਂ ਨੂੰ ਫਿਰ ਦੇਖਣਾ। ਜਦੋਂ 2 ਵਾਰੀ ਮਤਲਬ ਮੈਂ ਇਹਨਾਂ ਨੂੰ ਦੂਜੇ ਬੀਪੀ ਤੇ ਆਇਆ, ਫਿਰ ਸਾਰੀਆਂ ਦੇਖੀਆਂ, ਤੀਜੀ ਵਾਰੀ ਮੈਨੂੰ ਵੈਸੇ ਹੀ ਯਾਦ ਹੋ ਜਾਣੇ ਨੇ, ਉਦੋਂ CDEFG ਲੱਭਣਾ ਤਾਂ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ। ਪਹਿਲੀਆਂ 2 ਤੇ ਤੁਹਾਡੀ ਫੋਕਸ ਜ਼ਿਆਦਾ ਲੱਗਣੀ ਹੈ, ਠੀਕ ਹੈ। ਅੱਗੇ ਕਹਿੰਦੇ ਦੀ ਮੇਨ ਰੀਜ਼ਨ, ਉਸ ਬੀਪੀ ਦੇ ਵਿੱਚ ਕੁਝ ਮੇਨ ਕਾਰਨਾਂ ਦੀਆਂ ਗੱਲਾਂ ਹੋ ਰਹੀਆਂ ਹੋਣਗੀਆਂ। ਜਦੋਂ ਤੁਹਾਨੂੰ ਰੀਜ਼ਨ ਵਰਡ ਮਿਲਦਾ ਹੈ, ਤੁਹਾਨੂੰ ਕੁਝ ਵਰਡ ਮਿਲ ਸਕਦੇ ਨੇ, ਕਾਜ਼, ਵਾਈ, ਕੁਐਸਚਨ ਬਣਿਆ ਹੋ ਸਕਦਾ, ਠੀਕ ਹੈ। ਦੀ ਮੇਨ ਰੀਜ਼ਨ ਵਾਈ ਬਰਡ ਮਾਈਗ੍ਰੇਟ, ਤਾਂ ਉਸ ਬੀਪੀ ਦੇ ਵਿੱਚ ਗੱਲਾਂ ਕੁਝ ਇਦਾਂ ਦੀਆਂ ਹੋ ਰਹੀਆਂ ਹੋਣਗੀਆਂ ਕਿ ਬਰਡ ਕਿਉਂ ਉੱਡਦੇ ਕਿਉਂ ਨੇ, ਜਾਂਦੇ ਕਿਉਂ ਨੇ ਇੱਧਰ ਉੱਧਰ, ਉਹਨੂੰ ਕਾਰਨ ਕੀ ਬਣਦਾ, ਵੀ ਭਾਈ ਤੁਸੀਂ ਇੱਕ ਜਗ੍ਹਾ ਕਿਉਂ ਨਹੀਂ ਟਿਕਦੇ, ਕੀ ਕਾਰਨ ਹੈ ਕਿ ਉਹ ਦੂਜੀ ਜਗ੍ਹਾ ਤੇ ਜਾਂਦੇ ਨੇ, ਓਕੇ।
ਬੈਸਟ ਵਿੰਟਰਿੰਗ ਗਰਾਊਂਡ ਆਫ ਬਰਡ, ਤਾਂ ਬੈਸਟ ਦੀਆਂ ਗੱਲਾਂ ਹੋਣਗੀਆਂ, ਉੱਥੇ ਕਾਫੀ ਗਰਾਊਂਡਾਂ ਦੀਆਂ ਗੱਲਾਂ ਹੋ ਸਕਦੀਆਂ ਨੇ। ਵਿੰਟਰਿੰਗ ਯਾਨੀ ਕਿ ਕੋਈ ਉਹਨਾਂ ਦਾ ਗਰਾਊਂਡ ਹੋ ਸਕਦਾ ਸਰਦੀ ਸੁਰਦੀ ਨਾਲ ਰਿਲੇਟਡ। ਉਸ ਇੱਕ ਬੀਪੀ ਦੇ ਵਿੱਚ ਕੋਈ ਰਿਸਰਚ ਇਨਵੈਸਟੀਗੇਸ਼ਨਸ ਇਦਾਂ ਦੇ ਵਰਡ ਤੁਹਾਨੂੰ ਮਿਲ ਸਕਦੇ ਨੇ। ਔਰ ਹਾਊ ਬਰਡ ਮਾਈਗ੍ਰੇਟ, ਹੁਣ ਹਾਊ ਤੇ ਵਾਈ ਦੇ ਵਿੱਚ ਫਰਕ ਦੇਖੋ, ਵਾਈ ਤੇ ਹਾਊ। ਰਿਸਰਚ ਫਾਈਂਡਿੰਗ ਔਨ ਹਾਊ ਬਰਡ ਮਾਈਗ੍ਰੇਟ, ਕਿਵੇਂ ਕਰਦੇ ਨੇ, ਲਾਈਕ ਉਹਦੇ ਵਿੱਚ ਕੁਝ ਗੱਲਾਂ ਹੋਣਗੀਆਂ, ਕਾਰਨ ਦਿੱਤੇ ਹੋਣਗੇ ਵੀ ਕਿਵੇਂ ਇਹਨਾਂ ਦੇ ਪਿੱਛੇ ਕਾਰਨ ਕੀ, ਵੀ ਕਿਵੇਂ ਕਰ ਲੈਂਦੇ ਨੇ ਮਾਈਗ੍ਰੇਟ, ਠੀਕ ਹੈ, ਕੁਝ ਲੋਕ ਦੂਰ ਜਾਣਾ ਨੇੜੇ ਜਾਣਾ ਉਹਨਾਂ ਚੀਜ਼ਾਂ ਦੀ, ਠੀਕ ਹੈ। ਸਕਸੈਸਫੁਲ ਮਾਈਗ੍ਰੇਸ਼ਨ ਡਿਸਪਾਈਟ, ਡਿਸਪਾਈਟ ਇੱਥੇ ਹੁਣ ਇੱਕ ਉਹਨਾਂ ਨੇ ਕਨੈਕਟਰ ਲਾਇਆ ਹੋਇਆ ਇੱਕ ਤਰ੍ਹਾਂ ਦਾ, ਬਾਵਜੂਦ ਇਹਦਾ ਮਤਲਬ ਹੁੰਦਾ ਬਾਵਜੂਦ, ਕਹਿੰਦੇ ਸਕਸੈਸਫੁਲ ਮਾਈਗ੍ਰੇਸ਼ਨ ਡਿਸਪਾਈਟ ਦੀ ਟਰਬਲ ਆਫ ਵਿੰਡ, ਠੀਕ ਹੈ। ਉਸ ਬੀਪੀ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਕਿ ਹਨੇਰੀਆਂ ਵੀ ਆਉਂਦੀਆਂ ਨੇ, ਤੂਫਾਨ ਵੀ ਆਉਂਦੇ ਨੇ, ਪਰ ਇਹਨਾਂ ਦੀ ਮਾਈਗ੍ਰੇਸ਼ਨ ਸਕਸੈਸਫੁਲ ਹੋ ਜਾਂਦੀ ਹੈ, ਠੀਕ ਹੈ। ਜਦੋਂ ਇਦਾਂ ਦਾ ਅੱਜ ਕੰਟਰਾਸਟ ਬਿਟਵੀਨ ਲੌਂਗ ਡਿਸਟੈਂਸ ਮਾਈਗ੍ਰੇਸ਼ਨ ਐਂਡ ਸ਼ਾਰਟ ਡਿਸਟੈਂਸ, ਤੁਹਾਨੂੰ ਵਿੱਚ ਬੀਪੀ ਦੇ ਵਿੱਚ ਵਰਡ ਮਿਲ ਸਕਦੇ ਨੇ, ਦੈਨ ਕੰਪੈਰੀਜ਼ਨ ਐਜ਼ ਕੰਪੇਅਰ ਟੂ ਐਜ਼ ਅਪੋਜ਼ ਟੂ, ਠੀਕ ਹੈ। ਤਾਂ ਕੰਟਰਾਸਟ ਦੀਆਂ ਗੱਲਾਂ ਹੋਣਗੀਆਂ। ਮਿਸਟੀਰੀਅਸ ਮਾਈਗ੍ਰੇਸ਼ਨ ਡਿਸਪਾਈਟ, ਫਿਰ ਆ ਗਿਆ ਲੈਕ ਆਫ ਟੀਚਿੰਗ, ਮਤਲਬ ਟੀਚਿੰਗ ਨਾ ਪਤਾ ਨਾ ਹੋਣ ਦੇ ਬਾਵਜੂਦ ਵੀ ਮਿਸਟੀਰੀਅਸ ਲਾਈਕ ਹੈਰਾਨੀਜਨਕ ਮਾਈਗ੍ਰੇਸ਼ਨ ਕਰਦੇ ਨੇ, ਫਿਰ ਵੀ ਲਾਈਕ ਇੱਕ ਸਕਸੈਸਫੁਲ ਮਾਈਗ੍ਰੇਸ਼ਨ ਉਹ ਕਰਦੇ ਨੇ। ਤਾਂ ਆਪਾਂ ਹੁਣ ਇੱਥੇ ਤਾਂ ਚਲੋ ਮੈਂ ਤੁਹਾਨੂੰ ਇਹ ਸਮਝਾਈਆਂ ਨੇ ਤਾਂ ਟਾਈਮ ਲੱਗਿਆ, ਬਟ ਜਦੋਂ ਤੁਸੀਂ ਆਪ ਪੜੋਗੇ 1 ਮਿੰਟ ਤੋਂ ਜ਼ਿਆਦਾ ਟਾਈਮ ਨਹੀਂ ਲੱਗਣ ਵਾਲਾ। ਦੀ ਬੈਸਟ ਮੂਵਮੈਂਟ ਤੁਸੀਂ ਕੀ ਕੀਤਾ, ਬੈਸਟ ਮੂਵਮੈਂਟ ਨੂੰ ਰਾਉਂਡ ਕਰ ਲਿਆ, ਠੀਕ ਹੈ। ਅਨਐਕਸਪਲੇਨਡ ਰਿਜੈਕਸ਼ਨ ਰਾਉਂਡ ਕਰ ਲਿਆ, ਠੀਕ ਹੈ। ਹੁਣ ਮੈਨੂੰ ਇਹ ਪੱਕਾ ਯਕੀਨ ਹੈ ਜਿਹੜਾ ਮੈਥਡ ਆਪਾਂ ਕੱਲ ਯੂਜ਼ ਕੀਤਾ, ਇਹਦੇ ਨਾਲ ਉਹਦੇ ਨਾਲੋਂ ਜ਼ਿਆਦਾ ਆਨਸਰ ਤੁਸੀਂ ਅੱਜ ਠੀਕ ਕਰਨ ਵਾਲੇ ਹੋ, ਠੀਕ ਹੈ। ਹੁਣ ਇਹ ਪੈਰਾਗ੍ਰਾਫ ਵੈਸੇ ਉਹਨਾਂ ਨੇ ਆਪਾਂ ਨੂੰ ਦਿੱਤਾ ਨਹੀਂ, ਪਰ ਇੱਧਰ ਹੈਡਿੰਗ ਵੀ ਨਹੀਂ ਲਾਈ ਹੋਈ, ਪਰ ਆਪਾਂ ਇਹ ਦੀ ਵੀ ਹੈਡਿੰਗ ਕੱਢਦੇ ਹਾਂ ਕਿ ਇਹ ਦੀ ਜੇ ਹੈਡਿੰਗ ਆਊਗੀ ਤਾਂ ਕੀ ਆਊਗੀ, ਠੀਕ ਹੈ। ਆਪਾਂ ਮੋਟਾ ਮੋਟਾ ਪੜ੍ਹ ਲੈਂਦੇ ਹਾਂ, ਠੀਕ ਹੈ। ਕਹਿੰਦੇ birds have many unique design features that enable them to perform such amazing feats of endurance. Endurance ਹੁੰਦਾ like ਧੀਰਜ, ਠੀਕ ਹੈ। They are equipped with lightweight hollow bones, intricately designed feather, providing both lift and thrust for rapid flight, navigation system superior to any that man has developed, and an ingenious heat conserving design that, among other things, concentrates all blood circulation beneath the layer of worms, waterproof plunge, leaving them fit to face life in the harsh heat of climate. ਕੀ ਗੱਲਾਂ ਬਾਤਾਂ ਚੱਲ ਰਹੀਆਂ ਨੇ, ਇਹਨਾਂ ਦੇ ਕੁਝ ਫੀਚਰਸ ਦੱਸੇ ਜਾ ਰਹੇ ਨੇ, ਇਹਨਾਂ ਦੇ ਅੰਦਰ ਕੀ ਕੀ ਚੀਜ਼ਾਂ ਨੇ, ਠੀਕ ਹੈ। ਅੱਗੇ ਕਹਿੰਦੇ their respiratory system have to perform efficiently during sustainable flight to altitude, altitude ਹੁੰਦੀਆਂ ਨੇ ਉਚਾਈਆਂ, ਠੀਕ ਹੈ। ਇਹ ਵਰਡ ਕਾਫੀ ਆਉਂਦਾ ਹੈ ਔਰ ਹੋਰ ਵੀ ਰੀਡਿੰਗਸ ਦੇ ਵਿੱਚ ਆ ਜਾਂਦਾ ਹੈ। altitude ਦਾ ਮੀਨਿੰਗ ਹੁੰਦਾ ਉਚਾਈ, ਠੀਕ ਹੈ। so they have system of extracting oxygen from their lungs that far exceeded that of any other animal during the later stage of summer breeding season. ਹੁਣ ਆਪਾਂ ਦੇਖੋ ਪੜਿਆ ਆਪਾਂ ਇਹਦੇ ਚ ਪੂਰੇ ਬੀਪੀ ਦੇ ਵਿੱਚ ਕੀ ਦੇਖਿਆ, ਇਹਦੇ ਵਿੱਚ ਉਹਨਾਂ ਦੇ ਚੀਜ਼ਾਂ ਦੇ ਬਾਰੇ ਦੱਸਿਆ ਹੈ, ਬਰਡਸ ਦੀਆਂ, ਉਹਨਾਂ ਦੇ ਕੀ ਫੀਚਰਸ ਨੇ, ਠੀਕ ਹੈ। ਵੈਸੇ ਆਪਣੇ ਕੋਲ ਇਹ ਦੀ ਡਿਮਾਂਡ ਹੈ ਨਹੀਂ, ਪਰ ਤੁਸੀਂ ਦੇਖੋ ਦੀ ਬੈਸਟ ਮੂਵਮੈਂਟ ਟੂ ਮਾਈਗ੍ਰੇਟ ਕੋਈ ਗੱਲ ਹੋਈ, ਆਪਾਂ ਇਹ ਚੀਜ਼ ਪੜ੍ਹੀ ਹੈ, ਕੋਈ ਗੱਲ ਹੀ ਨਹੀਂ ਮਿਲੀ ਆਪਾਂ ਨੂੰ। ਅਨਐਕਸਪਲੇਨਡ ਰਿਜੈਕਸ਼ਨ ਨਥਿੰਗ, ਇਨਫਲੂਐਂਸ ਵੈਦਰ ਦੀ ਕੋਈ ਗੱਲ ਨਹੀਂ ਆਈ, ਠੀਕ ਹੈ। ਚੌਥੇ ਨੰਬਰ ਵਾਲੀ ਹੈਡਿੰਗ ਦੇਖੋ, ਫਿਜ਼ੀਕਲ ਕਰੈਕਟਰਿਸਟਿਕਸ that allow bird to migrate, ਤਾਂ ਕੀ ਸਾਰੀਆਂ ਚੀਜ਼ਾਂ ਕਹੀਆਂ ਨੇ ਉਹਨਾਂ ਨੇ, ਡਿਜ਼ਾਈਨ, ਰੈਪਿਡ ਫਾਈਟ, ਠੀਕ ਹੈ। ਉਸ ਤੋਂ ਬਿਨਾਂ ਆਕਸੀਜਨ ਲੈਣਾ ਉੱਚੀ ਹਵਾ ਦੇ ਵਿੱਚ ਜਾ ਕੇ, ਆਲਟੀਟਿਊਡ ਦੇ ਵਿੱਚ ਜਾ ਕੇ ਵੀ, ਠੀਕ ਹੈ। ਤੇ ਉਹਨਾਂ ਦੇ ਫੀਦਰ, ਉਹਨਾਂ ਦੇ ਲਾਈਕ ਖੰਭ ਜਿਹੜੇ ਆ, ਠੀਕ ਹੈ, ਤੇ ਜਿਹੜੇ ਉਹਨਾਂ ਨੂੰ ਲਿਫਟ ਅਪ ਕਰਦੇ ਨੇ। ਤਾਂ ਇਹ ਸਾਰੀਆਂ ਗੱਲਾਂ ਬਾਤਾਂ ਕੀ ਹੋ ਰਹੀਆਂ ਨੇ, ਇੱਕ ਜਿਸਟ ਕੱਢਿਆ ਜਾਵੇ ਤਾਂ ਇਹੀ ਹੈ ਨਾ ਆਨਸਰ। ਕਲੀਅਰ? ਹਾਂਜੀ ਸਰ, ਠੀਕ ਹੈ। ਚਲੋ ਵੈਸੇ ਇਹ ਦੀ ਰਿਕੁਆਇਰਮੈਂਟ ਹੈ ਨਹੀਂ ਸੀ, ਬਟ ਆਪਾਂ ਫਿਰ ਵੀ ਪੜਿਆ ਇਹਨੂੰ। ਜਿਹੜਾ ਤੁਸੀਂ ਸ਼ੋਰ ਹੋ ਉਹਨੂੰ ਕੱਟ ਦਿਆ ਕਰੋ, ਠੀਕ ਹੈ। ਬਟ ਜਿਹਦੇ ਚ ਸ਼ੋਰ ਨਾ ਹੋ ਉਹਨੂੰ ਕੱਟਣਾ ਨਹੀਂਗਾ, ਉਹਨੂੰ ਰੱਖਣਾ ਹੈ। ਉਹਨੂੰ ਰੱਖਣਾ ਤੇ ਉਹਦੇ ਵਿੱਚ ਆਪਾਂ ਕਰਨਾ ਕੀ ਹੈ, ਲਾਈਕ ਉਵੇਂ ਤੁਹਾਨੂੰ ਜਿਹੜਾ ਕਿਹਾ ਸੀ ਸਰਕਲ ਬਣਾ ਕੇ ਡੀ ਪਾ ਦੇਣਾ, ਡਾਊਟ ਪਾ ਦੇਣਾ, ਠੀਕ ਹੈ। ਓਕੇ ਜੀ, ਚਲੋ ਹੁਣ ਆਉਂਦੇ ਆਪਾਂ ਅੱਗੇ ਆਪਣੀ ਮੇਨ ਗੱਲ ਤੇ। ਬੀ ਪੈਰਾਗ੍ਰਾਫ ਪੜੋ, ਇੱਕ ਮਿੰਟ ਮੈਂ ਇਰੇਜ਼ ਕਰ ਦਿਆਂ।
ओके जी, तो मैं पढ़ाऊना। The fundamental reasons that birds migrate is to find adequate food during the winter months when it is in short supply। It ਕਿਹਦੇ ਲਈ ਲਾਇਆ ਉਹਨਾਂ ਨੇ, ਧਿਆਨ ਨਾਲ ਦੇਖਿਓ। ਕਹਿੰਦੇ ਫੰਡਾਮੈਂਟਲ, ਫੰਡਾਮੈਂਟਲ ਮਤਲਬ ਬੇਸਿਕ ਜਿਹਾ ਰੀਜ਼ਨ ਹੈ। ਕਹਿੰਦੇ ਜਿਹੜਾ ਇੱਕ ਰੀਜ਼ਨ ਹੈ ਨਾ, ਬੇਸਿਕ ਦਾ ਸਿਨੋਨਿਮ ਹੈ ਫੰਡਾਮੈਂਟਲ, ਬੇਸਿਕ कह लो ਜਾਂ ਮੇਨ ਰੀਜ਼ਨ कह लो, ठीक है। The basic reason that bird migrate to find adequate मतलब enough, synonyms note करते जाओ नाल दी नाल, ठीक है। enough food during the winter season, winter months when it ਕੀ ਹੈ, it food it is short in supply। ਕਹਿੰਦੇ ਜਦੋਂ ਇਹ ਸਪਲਾਈ ਦੇ ਵਿੱਚ ਸ਼ਾਰਟ ਹੁੰਦਾ, ਰਾਈਟ। ਹੁਣ ਜਿਹੜੇ ਕਹਿੰਦੇ ਨੇ ਨਾ ਟੀਚਰ ਤੁਹਾਨੂੰ ਕਿ ਪਹਿਲੀ ਇੱਕ ਲਾਈਨ ਦੋ ਲਾਈਨਾਂ ਦੇਖ ਕੇ ਉਹ ਇਹ ਮੈਥਡ ਹੈ, ਉਹਦੇ ਲਈ ਤੁਹਾਨੂੰ ਤੁਹਾਡੇ ਮਾਈਂਡ 'ਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਹੁਣ ਤੁਸੀਂ ਦੇਖੋ, ਆਪਾਂ ਇੱਕ 5ਵੀਂ ਹੈਡਿੰਗ ਪੜ੍ਹੀ ਸੀ, ਦੀ ਮੇਨ ਰੀਜ਼ਨ ਵਾਈ ਬਰਡਸ ਮਾਈਗ੍ਰੇਟ। ਤਾਂ ਪਹਿਲੀ ਲਾਈਨ ਤੋਂ ਹੁਣ ਆਈਡੀਆ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਮੈਨੂੰ ਦੱਸੋ। ਆਹ ਦੇਖੋ, ਫੰਡਾਮੈਂਟਲ ਰੀਜ਼ਨ, ਫੰਡਾਮੈਂਟਲ मतलब ਬੇਸਿਕ, ਮੇਨ ਕਾਰਨ। ਆ ਦੇਖੋ, ਦੀ ਮੇਨ ਰੀਜ਼ਨ, ਠੀਕ ਹੈ। ਉਹ ਕਿਉਂ ਜਾਂਦੇ ਨੇ, is to find adequate food, like enough ਖਾਣਾ ਲੱਭ ਜੇ ਉਹਨਾਂ ਨੂੰ during winter month, ਸਰਦੀ ਦੇ ਮਹੀਨਿਆਂ ਦੇ ਵਿੱਚ, when it is short in supply, ਜਦੋਂ ਇਹਦੀ ਸਪਲਾਈ ਘੱਟ ਹੁੰਦੀ ਹੈ। ਹੁਣ ਮੈਨੂੰ ਦੱਸੋ 5ਵੀਂ ਹੈਡਿੰਗ ਆਨਸਰ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ? ਹਾਂਜੀ, ਯੈਸ ਸਾਰਿਆਂ ਨੂੰ? ਹਾਂਜੀ, ਯੈਸ ਸਰ। ਇਹ ਮੈਥਡ ਵੀ ਅਪਲਾਈ ਕਰਕੇ ਦੇਖਿਓ। ਦੇਖੋ ਕਿਸੇ ਬੱਚੇ ਨੂੰ ਕਿਹੜਾ ਮੈਥਡ ਸੂਟ ਕਰ ਜਾਂਦਾ, ਕਿਸੇ ਨੂੰ ਕਿਹੜਾ ਕਰ ਜਾਂਦਾ। ਹਰੇਕ ਬੱਚਾ ਇੱਕੋ ਮੈਥਡ ਨਾਲ ਨਹੀਂ ਕਰ ਸਕਦਾ, ਔਰ ਮੇਰੇ ਕੋਲ ਬਹੁਤ ਮੈਥਡ ਨੇ, ਮੈਂ ਅਲੱਗ-ਅਲੱਗ ਮੈਥਡ ਦੱਸ ਸਕਦਾ ਤੁਹਾਨੂੰ, ਜਿਹੜਾ ਜੱਜ ਜੇ। ਕੁੱਲ ਮਿਲਾ ਕੇ ਕੀ ਆਪਾਂ ਰੀਡਿੰਗ ਚੋਂ 7+ ਸਕੋਰ ਲੈਣਾ, ਠੀਕ ਹੈ, ਜਿਵੇਂ ਆ ਜੀ, ਠੀਕ ਹੈ। ਅੰਬ ਖਾਣੇ ਨੇ ਆਪਾਂ, ਪੇੜ ਨਹੀਂ ਕਹਿੰਦੇ, ਠੀਕ ਹੈ। ਓਕੇ ਜੀ, ਚਲੋ ਅੱਗੇ ਵੈਸੇ ਪੜ੍ਹ ਲੈਂਦੇ ਹਾਂ। This particular applies to bird that breed in the temperate and arctic region of the northern hemisphere। Hemisphere ਕੀ ਹੁੰਦਾ ਜੀ, ਲਾਈਕ ਗੋਲ ਚੀਜ਼ ਦਾ ਅੱਧਾ ਹਿੱਸਾ, ਲਾਈਕ ਇੱਕ ਬਾਲ ਹੈ, ਉਹਦਾ ਅੱਧਾ ਹਿੱਸਾ ਉਹਨੂੰ ਹੈਮੀਸਫੇਅਰ ਕਹਿੰਦੇ ਨੇ। where food is abundant, abundant ਮਤਲਬ ਬਹੁਤ ਸਾਰਾ, ਠੀਕ ਹੈ। during the short growing region many species can tolerate cold temperature if food is plentiful। ਕਹਿੰਦੇ ਬਹੁਤ ਸਾਰੀਆਂ ਸਪੀਸੀਜ਼ ਜਿਹੜੀਆਂ ਨੇ ਟੋਲਰੇਟ ਕਰ ਲੈਂਦੀਆਂ ਨੇ, ਝੱਲ ਲੈਂਦੀਆਂ ਨੇ। ਕੀ ਝੱਲ ਲੈਂਦੀਆਂ ਨੇ? ਠੰਡ ਨੂੰ ਵੀ ਝੱਲ ਲੈਂਦੀਆਂ ਨੇ, ਜੇ ਉਹਨਾਂ ਨੂੰ if food is plentiful, plentiful ਮਤਲਬ ਬਹੁਤ ਸਾਰਾ। ਟਾਸਕ 2 ਚ ਆਪਾਂ ਯੂਜ਼ ਕਰਦੇ ਨਾ, evidences are plenty to prove that, ਠੀਕ ਹੈ। ਜੇ ਬਹੁਤ ਸਾਰਾ ਉਹਨਾਂ ਨੂੰ ਖਾਣਾ ਲੱਭਦਾ, ਉਸ ਠੰਡ ਵੀ ਝੱਲ ਲੈਂਦੀਆਂ ਨੇ ਕਾਫੀ ਸਪੀਸੀਜ਼। ਬਟ when food is not available they must migrate। ਜਦੋਂ ਫੂਡ ਨਹੀਂ ਅਵੇਲੇਬਲ, ਉਹ ਜ਼ਰੂਰ ਮੂਵ ਕਰ ਜਾਂਦੀਆਂ ਨੇ, ਮਾਈਗ੍ਰੇਟ ਕਰਨਾ। however intriguing questions remain, ਠੀਕ ਹੈ। ਅੱਗੇ ਆਪਾਂ ਨੂੰ ਜਿਹੜੀ ਮੇਨ ਗੱਲ ਹੈ ਆਪਾਂ ਨੂੰ ਉੱਪਰ ਮਿਲ ਚੁੱਕੀ ਹੈ। ਹੁਣ ਇਹ ਚੀਜ਼ ਐਗਜ਼ਾਮੀਨਰ ਨੇ ਕਿਉਂ ਪਾਈ ਇੱਥੇ, ਦੇਖਿਓ। ਇਹ ਇੰਨੀ ਕੁ ਗੱਲ ਪਾਉਣ ਦਾ ਜਸਟ ਮਕਸਦ ਕੀ ਹੈ ਉਹਦਾ, ਵੀ ਪੂਰਾ ਪਹਿਰਾ ਇਸ ਗੱਲ ਨਾਲ ਕੋਈ ਤਾਲੁਕਾਤ ਨਹੀਂ ਰੱਖਦਾ, ਇੰਨੇ 4 ਵਰਡਸ ਦੇ ਨਾਲ। ਇਹ ਪਾਉਣ ਦਾ ਮਕਸਦ ਉਹਦਾ ਇਹ ਹੈ ਕਿ ਬੱਚੇ ਆਨਸਰ ਪਤਾ ਕੀ ਲਾ ਜਾਣ, ਇੱਥੇ ਇੱਕ ਸੀਗਾ ਆਹ ਵਾਲੀ ਹੈਡਿੰਗ ਨੂੰ ਆਨਸਰ ਲਾ ਜਾਣ। ਜਦ ਕਿ ਕੋਈ ਦੇਖੋ, ਅਨਐਕਸਪਲੇਨਡ ਰਿਜੈਕਸ਼ਨ ਆਫ ਕਲੋਜ਼ਰ ਫੀਡਿੰਗ ਗਰਾਊਂਡ, ਕੋਈ ਉਹਨਾਂ ਨੇ ਕਿਹਾ ਵੀ ਫੀਡਿੰਗ ਗਰਾਊਂਡ ਨੂੰ ਰਿਜੈਕਟ ਕਰਦੇ ਨੇ। ਤਾਂ ਇਹ ਇੱਕ ਚੀਜ਼ ਹੈ, ਹਮੇਸ਼ਾ ਮੈਕਸਿਮਮ ਚੀਜ਼ ਵੱਲ ਜਾਣਾ ਤੁਸੀਂ। ਤੁਹਾਨੂੰ ਜੇ 50 ਤੋਂ 60% ਵੀ ਇੱਕ ਹੈਡਿੰਗ ਜ਼ਿਆਦਾ ਲੱਗ ਰਹੀ ਹੈ ਨਾ, ਉਸ ਪਾਸੇ ਜਾਇਓ ਅੱਖਾਂ ਬੰਦ ਕਰਕੇ, ਠੀਕ ਹੈ। ਉਸ ਪਾਸੇ ਨਾ ਜਾਇਓ ਜਿਹੜੀ ਤੁਹਾਨੂੰ ਐਗਜ਼ੈਕਟ। ਹੁਣ ਆ ਦੇਖੋ, ਇਸ ਲਾਈਨ ਦਾ ਹੁਣ ਇੰਟਰੀਗਿੰਗ ਦਾ ਆਪਾਂ ਨੂੰ ਸ਼ਾਇਦ ਮੀਨਿੰਗ ਨਹੀਂ ਪਤਾ, ਕੁਐਸਚਨ ਰਿਮੇਨ ਦਾ ਆਪਾਂ ਨੂੰ ਮਤਲਬ ਪਤਾ ਵੀ ਕੁਐਸਚਨ ਹਾਲੇ ਵੀ ਬਾਕੀ ਹੈ। ਬਟ ਇਹ ਭੁਲੇਖਾ ਤੁਹਾਨੂੰ ਕਿਸ ਚੀਜ਼ ਦਾ ਪਾ ਦੂਗਾ, ਇਹ ਭੁਲੇਖਾ ਤੁਹਾਨੂੰ ਇਸ ਚੀਜ਼ ਦਾ ਪਾ ਦੂਗਾ, ਰਾਈਟ ਔਰ ਰੋਂਗ। ਪਾਉਂਦਾ ਨਾ ਭੁਲੇਖਾ ਇੰਨੀ ਕੁ ਲਾਈਨ ਇਸ ਚੀਜ਼ ਦਾ, ਹਾਂਜੀ ਹਨਾ। ਤਾਂ ਆਪਾਂ ਇੰਨੀ ਕੁ ਲਾਈਨ ਨੂੰ ਦੇਖ ਕੇ ਜੇ ਆਨਸਰ ਲਾ ਜਾਾਂਗੇ ਤਾਂ ਆਪਾਂ ਰੋਂਗ ਆ। ਇਸ ਮੈਥਡ ਨੂੰ ਹੈਡਿੰਗ ਲਈ ਯਾਦ ਰੱਖਿਓ ਕਿ 50-50 ਤਾਂ ਹੋਊਗਾ ਵੀ ਨਹੀਂ ਕਦੇ ਵੀ, ਠੀਕ ਹੈ। 60 ਵੀ ਮਿਲ ਸਕਦਾ, 40 ਵੀ ਤੁਹਾਨੂੰ ਕਿਸੇ ਹੋਰ ਦਾ ਭੁਲੇਖਾ ਪਾ ਸਕਦਾ, ਬਟ ਮੈਕਸਿਮਮ ਜਿਹੜਾ ਪਾਰਟ ਹੈ ਨਾ ਉਹਦੇ ਵੱਲ ਜਾਇਓ, ਆਨਸਰ ਰੋਂਗ ਨਹੀਂ ਹੋਣਗੇ, ਆਨਸਰ ਠੀਕ ਹੋਣੇ ਸਟਾਰਟ ਹੋ ਜਾਣਗੇ, ਠੀਕ ਹੈ। ਚਲੋ ਇਹਨੂੰ ਇਰੇਜ਼ ਕਰਦੇ ਆ, ਅੱਗੇ ਚੱਲਦੇ। ओके, सी पैराग्राफ पे आ जाओ।
वन पजलिंग फैक्ट, हुण पजल वर्ड अपने आप दे विच की है, कन्फ्यूजिंग, ठीक है। वन पजलिंग फैक्ट इज दैट, कहंदे एक कन्फ्यूजिंग जा फैक्ट है, वो की है, मैनी बर्ड्स जर्नी मच फर्दर दैन वुड बी नैसेसरी। कहंदे एक पजलिंग फैक्ट, एक कन्फ्यूजिंग जी गल ये आ कि बहुत सारे बर्ड्स तो लाइक गांह ही उड उड जाते हैं, दैन वुड बी नैसेसरी, सॉरी, मैनी बर्ड्स जर्नी मच फर्दर, कहंदे बहुत सारे बर्ड्स की जिहड़ी जर्नी है वो ज़्यादा आ, दैन वुड बी नैसेसरी, जिन्नी होनी चाहिए ਉਹਦੇ ਨਾਲ ज़्यादा आ, जस्ट टू फाइंड फूड एंड गुड वैदर, सिर्फ खाना लभण दे लई ते अपने अच्छा मौसम लभण दे लई, ठीक है। कहंदे कोई नहीं जानदा, नो बॉडी नोज। फॉर इंस्टेंस आ चीज़ जिहड़ी तुहानूं मैं यूज कराउणा हुंदा, हुण देखो टास्क 2 दे विच ਆਪਾਂ ਸੈਂਟਰ ਦੇ ਵਿੱਚ ਕਰਦੇ ਆ ਕਿ ਨਹੀਂ ਕਰਦੇ, ਫੋਰ ਐਗਜ਼ਾਮਪਲ ਵਰਡ, ਇਹਨੂੰ ਸੈਂਟਰ ਕਲੌਜ਼ ਕਹਿ ਦਿੰਦੇ ਨੇ, ਠੀਕ ਹੈ। ਇਹ ਕਿਤੇ ਨਾ ਕਿਤੇ ਇੱਕ 10-20 ਪੈਸੇ ਆਪਣੀ ਰਾਈਟਿੰਗ ਨੂੰ ਵੀ ਇੰਪਰੂਵ ਕਰਦੀ ਹੈ ਚੀਜ਼, ਠੀਕ ਹੈ। Nobody knows, for instance, why British swallows, which could presumably survive equally well if they spent the winter on equatorial Africa instead of several thousand of miles further to their preferred winter home in South। ਹੁਣ ਇੱਥੇ ਕੀ ਹੈ ਮੈਂ ਤੁਹਾਨੂੰ ਦੱਸਦਾ, ਇਹਦੇ ਚ ਕਨਫਿਊਜ਼ ਨਹੀਂ ਹੋਣਾ। ਦੇਖੋ ਬ੍ਰਿਟਿਸ਼ ਨਾउन ਹੈ, ਠੀਕ ਹੈ, ਸਰਵਾਈਵ ਇਕੁਅਲੀ ਵੈਲ ਇਫ ਦੇ ਸਪੈਂਟ ਵਿੰਟਰ, ਆ ਹੁਣ ਇੱਕ ਤਰ੍ਹਾਂ ਦੇ ਨਾउन ਨੇ ਸਾਰੇ, ਠੀਕ ਹੈ। ਇੰਸਟੈਡ ਆਫ ਸੈਵਰਲ ਥਾਊਜ਼ੈਂਡ ਮਾਈਲ, ਓਕੇ, ਸਾਊਥ ਅਫਰੀਕਾ, ਕੋਪ ਪ੍ਰੋਵਿੰਸ, ਇਹ ਜਦੋਂ 4-5 ਨਾਮ ਜੇ ਇਦਾਂ ਦੇ ਇਕੱਠੇ ਔਖੇ ਜੇ ਆ ਜਾਂਦੇ ਨੇ ਨਾ, ਆਪਾਂ ਉਹ ਵਾਲਾ ਪਾਰਟ ਛੱਡ ਦਿੰਦੇ ਹਾਂ, ਬਟ ਐਕਚੁਅਲੀ ਚਾਂਸਰ ਉੱਥੇ ਪਿਆ ਹੁੰਦਾ ਹੈ। ਇੰਨੀ ਕੁ ਚੀਜ਼ ਨੂੰ ਇੱਕ ਵਾਰੀ ਫਿਰ ਦੁਬਾਰਾ ਹੁਣ ਆਪਾਂ ਪੜ੍ਹਦੇ ਹਾਂ। ਕਹਿੰਦੇ ਕੋਈ ਨਹੀਂ ਜਾਣਦਾ, ਉਦਾਹਰਨ ਦੇ ਤੌਰ ਤੇ ਦੇਖੋ, ਕਹਿੰਦੇ ਬ੍ਰਿਟਿਸ਼ ਸਵਾਲੋਜ਼ ਵਿਚ ਕੁਡ ਪ੍ਰਜ਼ਿਊਮੇਬਲੀ ਸਰਵਾਈਵ ਇਕੁਅਲੀ, ਕਹਿੰਦੇ ਜਿਹੜੇ ਬ੍ਰਿਟਿਸ਼ ਦੇ ਹੈਗੇ ਨੇ ਨਾ, ਉਹ ਜਿਹੜੇ ਕਹਿੰਦੇ ਕੁਡ ਕਰ ਸਕਦੇ ਨੇ, ਕੀ ਪ੍ਰਜ਼ਿਊਮੇਬਲੀ ਸਰਵਾਈਵ ਇਕੁਅਲੀ, ਬਰਾਬਰ ਸਰਵਾਈਵ ਕਰ ਸਕਦੇ ਨੇ, ਵੈਲ ਚੰਗੀ ਤਰ੍ਹਾਂ, ਇਫ ਦੇ ਸਪੈਂਡ ਦੀ ਵਿੰਟਰ ਇਨ ਇਕੁਆਟੋਰੀਅਲ ਅਫਰੀਕਾ, ਜੇ ਉਹ ਅਫਰੀਕਾ ਦੇ ਵਿੱਚ ਆਪਣਾ ਵਿੰਟਰ ਸਪੈਂਡ ਕਰਨ, ਇੰਸਟੈਡ ਆਫ ਸੈਵਰਲ ਥਾਊਜ਼ੈਂਡ ਆਫ ਮਾਈਲ ਫਰਦਰ ਟੂ देयर प्रेफर्ड विंटर होम इन साउथ अफ्रीका, इस दी बजाय कि बहुत दूर दूर जाके रहन कर सकते हैं, कहते आपके एरिया ਦੇ ਵਿੱਚ ਵੀ काइंड ऑफ कर सकते हैं, ठीक है। अगे कहते अनदर मिस्ट्री, मिथिहास ਇਹਨੂੰ कहते हैं, कि हिस्टरी होंदी है। हिस्टरी की होंदी है, ਜਿਹੜੀ चीज़ अपने पुरखियां ने लाइक ਅੱਖੀ देखी हुई है, वो होंदी हिस्टरी। मिस्ट्री की होंदी मिथिहास, जिवें रामायण, वो मिथिहास है, वो अपना बहुत सारे साल पहला ਦੀਆਂ ਗੱਲਾਂ ਨੇ, ठीक है, भी इदां होया करदा सीगा, ठीक है। Another mystery involves the huge migration performed by Arctic terns and mudflat feeding shorebirds, okay, ਇਹਨਾਂ ਦੇ ਦੁਆਰਾ ਕੁਝ ਇੱਕ ਹੋਰ ਚੀਜ਼ ਵੀ ਕੀਤੀ ਜਾਂਦੀ, that breed close to the polar region, ਜਿਹੜੇ polar region ਦੇ close like breed ਕਰਦੇ ਨੇ, breed ਕਰਨਾ ਨਵੀਂ ਆਪਣੀ ਜਨਰੇਸ਼ਨ ਪੈਦਾ ਕਰਨਾ। in general the further north a migrant species breeds, the further south it spent the winter, ਇਹ ਕਹਿੰਦੇ ਉਹਦੇ ਸਾਊਥ ਦੇ ਵਿੱਚ ਆਪਦਾ ਜਿਹੜਾ ਟਾਈਮ ਸਪੈਂਡ ਕਰਦੇ ਨੇ। ਤੇ ਫਿਰ ਉਹਨਾਂ ਦੀ ਗੱਲ ਦੁਬਾਰਾ ਆ ਰਹੀ ਇਹਨਾਂ ਦੇ ਲਈ, ਕਹਿੰਦੇ this necessitates an annual round trip 25,000 miles, yet ਫਿਰ ਵੀ ਕਹਿੰਦੇ en route to their final destination is far flung southern latitudes, ਕਹਿੰਦੇ ਜਿਹੜੀ ਇਹਨਾਂ ਦੀਆਂ ਫਾਈਨਲ ਡੈਸਟੀਨੇਸ਼ਨ ਨੇ ਉਹ ਫਿਰ ਵੀ ਬਹੁਤ ਦੂਰ ਨੇ, ਠੀਕ ਹੈ। all these individuals overfly other areas of seemingly suitable habitat spanning two hemisphere, while we may not fully understand, ਕਹਿੰਦੇ ਜਦ ਕਿ ਦੇਖੋ ਹੁਣ ਤੁਸੀਂ ਜਦੋਂ ਵਾਈਲ ਦਾ ਸਟਾਰਟਿੰਗ ਚ ਯੂਜ਼ ਕਰਦੇ ਹੋ, ਇੱਥੇ ਤੁਹਾਨੂੰ ਵੀ ਸਿਖਾ ਕੇ ਪਹਿਲਾਂ ਪੜ੍ਹਾ ਦਿਆ, ਫਿਰ ਵਾਈਲ ਦਾ ਯੂਜ਼ ਦੱਸਦਾ, ਕਨਫਿਊਜ਼ ਨਾ ਹੋ ਜਾਓ। ਕਹਿੰਦੇ ਜਦੋਂ ਵਾਈਲ, ਜਦੋਂ ਹੁਣ ਅੱਗੇ ਆਉਂਦਾ, while we may not fully understand birds reason, ਕਹਿੰਦੇ ਜਦੋਂ ਕਿ ਸਾਨੂੰ ਨਹੀਂ ਚੰਗੀ ਤਰ੍ਹਾਂ ਬਰਡਸ ਦੇ ਰੀਜ਼ਨ ਅੰਡਰਸਟੈਂਡ ਹੁੰਦੇ, for going to particular place we can marvel at their feet, ਕਹਿੰਦੇ ਅਸੀਂ ਮਾਰਵਲ ਹੁੰਦਾ ਲਾਈਕ ਸ਼ਾਨਦਾਰ, ਠੀਕ ਹੈ, ਕਹਿੰਦੇ ਅਸੀਂ ਉਹਨਾਂ ਦੇ ਜਿਹੜੇ ਫੀਟਸ ਨੇ ਨਾ, ਉਹਨਾਂ ਦੇ ਜਿਹੜੇ ਪੈਰ ਨੇ, ਉਹਨਾਂ ਦੇ ਉੱਤੇ ਫਿਰ ਵੀ ਕਹਿੰਦੇ ਇੱਕ ਹੈਰਾਨੀ ਕਰ ਸਕਦੇ ਹਾਂ ਪ੍ਰਗਟ, ਕਹਿੰਦੇ ਭਾਵੇਂ ਸਾਨੂੰ ਇਹ ਚੀਜ਼ਾਂ ਅੰਡਰਸਟੈਂਡ ਨਹੀਂ ਹੈਗੀਆਂ, ਠੀਕ ਹੈ। ਹੁਣ ਆਪਾਂ ਇਹਦੇ ਚ ਕੀ ਪੜਿਆ, ਆਪਾਂ ਨੂੰ ਵਰਡਸ ਕਿੱਦਾਂ ਦੇ ਮਿਲੇ, ਪਜ਼ਲਿੰਗ ਫੈਕਟ, ਕੋਈ ਨਹੀਂ ਜਾਣਦਾ ਵੀ ਇਹ ਚੀਜ਼ਾਂ ਕਿਉਂ ਨੇ, ਠੀਕ ਹੈ। ਅੱਗੇ ਉਹਨਾਂ ਨੇ ਜਾ ਕੇ ਫਿਰ ਕੀ ਕਹਿ ਦਿੱਤਾ ਵੀ ਭਾਵੇਂ, ਹੁਣ ਵਾਈਲ ਦਾ ਇੱਥੇ ਮੈਂ ਯੂਜ਼ ਦੱਸਦਾ ਪਹਿਲਾਂ, ਵਾਈਲ ਜਦੋਂ ਅੱਗੇ ਆ ਗਿਆ, ਵੈਸੇ ਤਾਂ ਸੈਂਟਰ ਦੇ ਵਿੱਚ ਵੀ ਯੂਜ਼ ਹੁੰਦਾ, ਹੁਣ ਜਦੋਂ ਅੱਗੇ ਆ ਗਿਆ ਇਹਨੇ ਆਪਣੇ ਨਾਲ ਕੌਮਾ ਲੈਣਾ, ਤੇ ਆ ਇਹਨੇ ਕੌਮਾ ਲਿਆ ਪਿਆ, ਕਹਿੰਦੇ ਜਦ ਕਿ ਦੇਖੋ, ਜਦ ਕਿ ਅਸੀਂ ਨਹੀਂ ਜਾਣਦੇ ਕਿ ਇਹ ਚੀਜ਼ ਕਿਉਂ ਹੈ, ਠੀਕ ਹੈ, ਪਰ
ਹੁਣ ਜਦੋਂ ਵਾਈਲ ਅੱਗੇ ਆ ਗਿਆ ਤਾਂ ਵਿਚਾਲੇ ਜਿਹੜਾ ਮਤਲਬ ਹੈ ਉਹਦਾ ਕੁਛ ਨਾ ਕੁਛ ਸੈਂਸ ਤਾਂ ਹੈਗੀ ਹੈ, ਪਰ ਕਹਿੰਦੇ ਅਸੀਂ ਫਿਰ ਵੀ ਬਲਿਹਾਰੇ ਜਾਂਦੇ ਹਾਂ, ਸੱਦ ਕੇ ਜਾਂਦੇ ਹਾਂ ਇਹਨਾਂ ਦੇ ਪੈਰਾਂ ਤੇ ਵੀ ਕਿੱਡੇ ਮਤਲਬ ਗੱਲਬਾਤ ਹੈਗੀ ਪੰਛੀਆਂ ਦੇ ਵਿੱਚ, ਠੀਕ ਹੈ। ਓਕੇ, ਤਾਂ ਜੇ ਆਹ ਵਾਲੀ ਚੀਜ਼ ਨੂੰ ਅੱਗੇ ਰੱਖ ਦਿੰਦੇ, ਵਾਈਲ ਵੀ ਕੈਨ ਮਾਰਵਲ ਐਟ देयर ਫੀਟਸ ਵਾਈਲ ਵੀ ਮੇ ਨਾਟ, ਜਦ ਕਿ ਅਸੀਂ ਨਹੀਂ ਜਾਣਦੇ। ਵਾਈਲ ਵਾਲਾ ਕੰਸੈਪਟ ਕਲੀਅਰ ਹੋ ਗਿਆ। ਜਦ ਤਾਂ ਆਹ ਪਾਰਟ ਅੱਗੇ ਆ ਜਾਊਗਾ ਤਾਂ ਵਾਈਲ ਸੈਂਟਰ 'ਚ ਆ ਜਾਊਗਾ, ਫਿਰ ਕੌਮਾ ਨਹੀਂ ਲੱਗਣਾ, ਠੀਕ ਹੈ। ਤੇ ਜੇ ਇਹ ਵਾਲਾ ਪਾਰਟ ਆਪਣਾ ਅੱਗੇ ਆ ਗਿਆ, ਵਾਈਲ ਅੱਗੇ ਆ ਗਿਆ, ਤਾਂ ਫਿਰ ਇੱਥੇ ਕੌਮਾ ਆ ਜਾਣਾ। ਤਾਂ ਵਾਈਲ ਵੀ ਆਪਣੇ ਨਾਲ ਇੱਕ ਸਬੋਰਡੀਨੇਟ ਕੰਜੰਕਸ਼ਨ ਹੈ, ਪੂਰਾ ਲੈਂਦਾ, ਠੀਕ ਹੈ। ਓਕੇ, ਚਲੋ ਦੀ ਬੈਸਟ ਮੂਵਮੈਂਟ ਟੂ ਮਾਈਗ੍ਰੇਟ, ਕੋਈ ਗੱਲ ਨਹੀਂ ਹੋਈ ਜੀ, ਠੀਕ ਹੈ। ਦੀ ਅਨਐਕਸਪਲੇਨਡ ਰਿਜੈਕਸ਼ਨ ਆਫ ਕਲੋਜ਼ਰ ਫੀਡਿੰਗ ਅਰਾਊਂਡ, ਇਹ ਲੱਗ ਰਿਹਾ ਕਿਸੇ ਨੂੰ? ਮੈਨੂੰ ਲੱਗਣ ਡਿਆ ਅਨਐਕਸਪਲੇਨਡ ਹਾਂਜੀ ਤੇ ਉੱਥੇ ਹਾਂਜੀ ਬਸ ਥੋੜਾ ਚਲੋ ਥੋੜਾ ਬਾਕੀ ਵੀ ਲੱਗ ਪੜ੍ਹ ਰਿਹਾ। ਲੈਂਦੇ, ਠੀਕ ਹੈ। ਇਹਨੂੰ ਰੱਖਦੇ ਇੱਕ ਵਾਰ ਡਾਊਟ 'ਚ ਰੱਖੋ, ਹਮੇਸ਼ਾ ਐਲੀਮੀਨੇਟ ਮੈਥਡ ਯੂਜ਼ ਕਰੋ। ਇਨਫਲੂਐਂਸ ਵੈਦਰ ਔਨ ਮਾਈਗ੍ਰੇਸ਼ਨ ਰੂਟਸ ਦੀ ਕੋਈ ਗੱਲ ਨਹੀਂ ਹੈ, ਠੀਕ ਹੈ। ਉਹ ਵਰਡ ਕੱਟਦੇ ਜਾਵਾਂਗੇ, ਇਹ ਆਪਾਂ ਲੱਭ ਚੁੱਕੇ ਹਾਂ, ਠੀਕ ਹੈ। ਮੇਨ ਰੀਜ਼ਨ ਇਹ ਆਪਾਂ ਲੱਭ ਚੁੱਕੇ ਹਾਂ, ਠੀਕ ਹੈ। ਬੈਸਟ ਵਿੰਟਰਿੰਗ ਗਰਾਊਂਡ ਫॉर ਬਰਡਸ, ਕੋਈ ਇਦਾਂ ਦੀ ਗੱਲ ਨਹੀਂ ਹੈ ਵੀ ਬੈਸਟ ਕੋਈ ਬਾਹਲਾ ਹੀ ਘੈਂਟ ਹੈ ਵੀ ਉੱਥੇ ਰਹਿਣ ਹੀ ਲੱਗ ਜਾਂਦੇ ਨੇ ਪੱਕੇ, ਠੀਕ ਹੈ। ਓਕੇ, ਰਿਸਰਚ ਕੋਈ ਰਿਸਰਚ ਦੀ ਗੱਲ ਨਹੀਂ ਹੋਈ, ਠੀਕ ਹੈ। ਸਕਸੈਸਫੁਲ ਮਾਈਗ੍ਰੇਸ਼ਨ, ਕੋਈ ਉਹਨਾਂ ਨੇ ਇੱਥੇ ਹਵਾਵਾਂ ਨਹੀਂ ਚਲਾਈਆਂ, ਠੀਕ ਹੈ। ਇੱਕ ਇੱਕ ਵਰਡ ਤੁਹਾਡੀ ਚੀਜ਼ ਨੂੰ ਕੱਟ ਕਰਾ ਦੂਗਾ, ਕੋਈ ਕੰਟਰਾਸਟ ਉਹਨਾਂ ਨੇ ਕੀਤਾ ਹੀ ਨਹੀਂ। ਲੌਂਗ ਡਿਸਟੈਂਸ, ਸ਼ਾਰਟ ਡਿਸਟੈਂਸ, ਨਥਿੰਗ। ਮਿਸਟੀਰੀਅਸ ਮਾਈਗ੍ਰੇਸ਼ਨ ਡਿਸਪਾਈਟ ਲੈਕ ਆਫ, ਕੋਈ ਟੀਚਿੰਗ ਨਾਮ ਦੀ ਚੀਜ਼ ਹੀ ਨਹੀਂ ਆਈ ਵੀ ਉਹਨਾਂ ਨੂੰ ਪੜਾਇਆ ਜਾਂਦਾ ਜਾਂ ਉਹਨਾਂ ਨੂੰ ਪਤਾ ਨਹੀਂ। ਤਾਂ ਆਪਣੇ ਕੋਲ ਹੈਡਿੰਗ ਬਚੀ ਕਿਹੜੀ, ਇੱਕ ਹੀ ਤਾਂ ਬਚੀ, ਉਹਦੇ ਵਰਡ ਕਿਹੜੇ ਪਏ ਨੇ, ਪਜ਼ਲਿੰਗ, ਨੋਬਡੀ ਨੋਜ਼, ਠੀਕ ਹੈ। ਹੁਣ ਇਹ ਪੈਰਾ ਕੀ ਸੀਗਾ, ਇਹ ਇਸ ਚੀਜ਼ ਦੇ ਉੱਪਰ ਡਿਜ਼ਾਈਨ ਕੀਤਾ ਹੋਇਆ ਸੀ ਵੀ ਇਹਨੂੰ ਪੂਰੇ ਨੂੰ ਪੜ੍ਹੇ ਤੋਂ ਬਿਨਾਂ ਆਨਸਰ ਨਹੀਂ ਕੱਢਿਆ ਜਾ ਸਕਦਾ ਸੀ। ਬਟ ਉੱਪਰ ਵਾਲਾ ਦੇਖੋ, ਆਪਾਂ ਉੱਪਰ ਵਾਲੇ 'ਚ ਕੀ ਕੀਤਾ, ਉਹਦੇ ਵਿੱਚ ਕਿਉਂਕਿ ਆਪਾਂ ਪੜ੍ਹੀਆਂ ਹੋਈਆਂ ਸੀਗੀਆਂ, ਆਪਣੇ ਮਾਈਂਡ 'ਚ ਸੀਗੀਆਂ, ਪਹਿਲੀ ਲਾਈਨ ਨੇ ਆਪਾਂ ਨੂੰ ਕਿਤੇ ਨਾ ਕਿਤੇ ਭੁਲੇਖਾ ਪਾਉਣਾ ਸ਼ੁਰੂ ਕਰ ਦਿੱਤਾ ਵੀ ਆਹ ਗੱਲ ਪੜ੍ਹੀ ਹੈ, ਠੀਕ ਹੈ। ਤਾਂ ਇਹ ਚੀਜ਼ ਕਲੀਅਰ ਹੋ ਗਈ। ਇੱਥੇ ਵੀ ਇੱਕ ਪਜ਼ਲਿੰਗ ਵਰਡ ਤੋਂ ਨਹੀਂ ਲੱਗ ਸਕਦਾ ਹੈ ਜੇ ਆਪਾਂ ਕੱਲੀਆਂ ਦੋ ਲਾਈਨਾਂ ਹੀ ਪੜ੍ਹ ਲੈਂਦੇ ਫਸਟ ਵਾਲੀਆਂ। ਪਹਿਲੀਆਂ ਦੋ ਲਾਈਨਾਂ ਤੋਂ ਵੀ ਹੋ ਰਿਹਾ ਕਲੀਅਰ, ਬਟ ਵੀਰੇ ਹੋਰ ਇਹਦੇ ਵਿੱਚ ਜ਼ਿਆਦਾ ਤਾਂ ਕਲੈਰਿਟੀ ਲੈਣ ਦੇ ਲਈ ਆਪਾਂ ਥੱਲੇ ਆਉਂਦੇ ਫਸਟ ਹਾਂ, ਠੀਕ ਹੈ। 2 ਲਾਈਨਸ ਤੇ ਲਾਸਟ 2 ਲਾਈਨਸ ਦਾ ਵੇ ਹੁੰਦਾ ਪਿਆ, ਹਾਂਜੀ ਹਾਂ, ਇਹ ਵੀ ਪਤਾ ਕਨੈਕਟੀਵਿਟੀ ਲੱਗੇ। ਬਣ ਰਹੀ ਹੈ, ਠੀਕ ਹੈ। ਇਹਦੇ ਵਿੱਚ ਕੀ ਚੱਲ ਰਿਹਾ, ਤਾਂ ਇਹ ਚੀਜ਼ਾਂ ਵਰਕ ਕਦੋਂ ਕਰਦੀਆਂ ਨੇ, ਇਹ ਵਰਕ ਉਦੋਂ ਹੀ ਕਰਦੀਆਂ ਨੇ। ਓਕੇ, ਇੱਥੋਂ ਤੱਕ ਨਹੀਂ, ਓਕੇ, ਆਹ ਚੀਜ਼ਾਂ ਵਿੱਚ ਇਨਕਲੂਡ ਕਰਾਂਗੇ, ਠੀਕ ਹੈ। ਇੱਥੋਂ ਲੈ ਕੇ ਤੇ ਥੱਲੇ ਵਾਲੀਆਂ ਲਾਈਨਾਂ ਜਿਹੜੀਆਂ ਨੇ, ਹੁਣ ਇਹ ਆਨਸਰ ਕਿਵੇਂ ਪਤਾ ਲੱਗਣਗੇ ਵੀ ਇਹ ਆਨਸਰ ਹੈਗਾ ਹੈ, ਜਦੋਂ ਆਪਾਂ ਇੱਧਰ ਵਾਲਾ ਪਾਰਟ ਦੇਖਿਆ ਹੋਊਗਾ, ਠੀਕ ਹੈ, ਪਹਿਲਾਂ ਦੇਖਿਆ ਹੋਊਗਾ, ਕਿਉਂਕਿ ਆਪਣੇ ਕੋਲ ਇੱਕ ਆ ਚੀਜ਼ ਪਈ ਹੈ ਵੀ ਆ ਵੀ ਕਿਸੇ ਨਾ ਕਿਸੇ ਦੀ ਹੈਡਿੰਗ ਹੋ ਸਕਦੀ ਹੈ, ਰਾਈਟ। ਚਲੋ ਕਲੀਅਰ ਹੋ ਗਿਆ ਨਾ ਸਭ ਨੂੰ? ਹਾਂਜੀ ਵੀਰੇ। ਅੱਗੇ ਚੱਲਦੇ ਹਾਂ। ਓਕੇ, ਜਿਹੜੀਆਂ ਜਿਹੜੀਆਂ ਆਪਣੀਆਂ ਲੱਗੀਆਂ ਨੂੰ ਮੈਂ ਕੱਟ ਦਿਆਂ ਇੱਕ ਵਾਰੀ, ਤਾਂ ਕਿ ਉਹ ਨਹੀਂ ਆਪਣੇ ਐਲੀਮੀਨੇਟ ਹੋਈ ਜਾਣ। ਓਕੇ ਜੀ, ਤਾਂ ਡੀ ਪੈਰਾਗ੍ਰਾਫ ਪੜ੍ਹਦੇ ਹਾਂ। ਕਹਿੰਦੇ one of the greatest mystery is how young birds know how to find the traditional wintering areas without parents guidance। ਓਕੇ, ਜੇ ਮੈਂ ਤੁਹਾਨੂੰ ਅੱਗੇ ਨਾ ਹੀ ਲੈ ਕੇ ਜਾਵਾਂ, ਬਿਲਕੁਲ ਵੀ ਨਾ ਲੈ ਕੇ ਜਾਵਾਂ, ਇੰਨੀ ਕੁ ਲਾਈਨ ਤੋਂ ਕਵਾਂ ਜੀ ਇੱਕ ਵਾਰੀ ਆਨਸਰ ਲਗਾਓ, ਸਿਰਫ ਇੱਕੋ ਲਾਈਨ ਨੂੰ, ਇਹ ਨਹੀਂ ਸੋਚਣਾ ਕਿ ਅੱਗੇ ਕੀ ਲਿਖਿਆ ਹੋਏਗਾ। ਜੇ ਇੱਕੋ ਲਾਈਨ ਤੋਂ ਇੱਕ ਵਾਰੀ ਆਨਸਰ ਲਗਾਉਣਾ ਹੋਵੇ ਤਾਂ ਮੈਨੂੰ ਦੱਸੋ ਜੀ ਕੀ ਆਨਸਰ ਹੋ ਸਕਦਾ। ਠੀਕ ਹੈ ਬਬਲੀ, ਰਾਈਟ ਆਨਸਰ ਭੇਜਿਆ ਤੁਸੀਂ। ਹਰਸ਼ ਠੀਕ ਹੈ। ਵੀਰੇ 10th ਵਾਲਾ, ਹਾਂਜੀ ਐਗਜ਼ੈਕਟਲੀ। ਤਾਂ ਆਨਸਰ ਦੇਖੋ ਕਲੀਅਰ ਹੈ, ਕਿਉਂਕਿ ਆਪਾਂ ਚੀਜ਼ ਪਹਿਲਾਂ ਪੜ੍ਹੀ ਹੋਈ ਹੈ, ਤਾਂ ਆਪਾਂ ਨੂੰ ਆਪਣੇ ਮਾਈਂਡ ਨੇ ਇੱਥੇ ਰੋਕ ਦਿੱਤਾ ਵੀ ਇਹ ਜੀ ਕੋਈ ਗੱਲ ਹੈ, ਠੀਕ ਹੈ। ਤਾਂ ਦੇਖੋ, ਮਿਸਟੀਰੀਅਸ ਮਾਈਗ੍ਰੇਸ਼ਨ ਡਿਸਪਾਈਟ ਲੈਕ ਆਫ ਟੀਚਿੰਗ, ਤਾਂ ਠੀਕ ਹੈ, ਵਿਦਾਊਟ ਪੇਰੈਂਟਲ ਗਾਈਡੈਂਸ, ਮਾਂ ਪਿਓ ਦੀ ਗਾਈਡੈਂਸ ਤੋਂ ਬਿਨਾਂ ਹੀ। ਹੁਣ ਉੱਪਰ ਵਾਲੀ ਗੱਲ ਪੜ੍ਹ ਲਓ, ਕਹਿੰਦੇ one of the greatest mysterious is how, ਕਹਿੰਦੇ ਕਿਵੇਂ ਯੰਗ ਬਰਡਸ ਜਿਹੜੇ ਨੇ ਜਾਣਦੇ ਨੇ ਨਾਓ how to find traditional wintering ground, ਅਸੀਂ ਆਪਦੇ traditional wintering ground ਕਿਵੇਂ ਲੱਭਣੇ ਨੇ, ਠੀਕ ਹੈ। ਤਾਂ mysterious migration despite lack of teaching। ਹੁਣ ਆਪਾਂ ਨੂੰ ਕਿੰਨਾ ਟਾਈਮ ਬਚ ਗਿਆ, ਘੱਟੋ ਘੱਟ ਤੁਸੀਂ 2 ਤੋਂ 3 ਮਿੰਟ ਆਪਣੇ ਬਚਾ ਲਏ। ਤਾਂ ਇਦਾਂ ਹੁੰਦੀਆਂ ਨੇ ਰੀਡਿੰਗ ਜਿਹੜੀਆਂ ਆਪਾਂ 15-16 ਮਿੰਟ ਚ ਕਰਦੇ ਹੁੰਦੇ ਹਾਂ।
ਠੀਕ ਹੈ, ਕਿਉਂਕਿ ਆਪਾਂ ਆ ਚੀਜ਼ਾਂ ਪਹਿਲਾਂ ਪੜ੍ਹੀਆਂ ਹੋਈਆਂ ਨੇ। ਹਾਂਜੀ ਬੋਲੋ। ਸਰ ਵਿੱਚੋਂ ਡਿਸਕਨੈਕਟ ਹੋ ਗਿਆ ਸੀਗਾ ਆਨਸਰ, ਮੇਰਾ ਐਕਸ ਲਗਾਇਆ, ਸਹੀ ਹੈ ਜੀ? ਹਾਂਜੀ ਹਾਂਜੀ, ਮੈਂ ਬੋਲਿਆ ਤੁਹਾਡਾ ਆਨਸਰ ਸਹੀ ਹੈ। ਓਕੇ, ਠੀਕ ਹੈ, ਮੇਰਾ ਵਿੱਚੋਂ ਡਿਸਕਨੈਕਟ ਹੋ ਗਿਆ ਜੀ। ਉਹ ਤੁਹਾਡੇ ਵਾਲੇ ਪਾਸੇ ਹੋ ਸਕਦਾ ਇਸ਼ੂ। ਠੀਕ ਹੈ ਜੀ, ਹੁਣ ਦੇਖੋ ਆਪਾਂ ਟਾਈਮ ਬਚਾ ਲਿਆ, ਅੱਗੇ ਚੱਲਦੇ ਹਾਂ। E ਤੇ ਆ ਜਾਓ। ਪਹਿਲੀ ਲਾਈਨ ਨੂੰ ਪੜ੍ਹ ਕੇ ਇੱਕ ਵਾਰੀ ਹੈਡਿੰਗ ਦੇਖ ਲਿਆ ਕਰੋ, ਨਾ ਗੱਲਬਾਤ ਬਣੇ ਫਿਰ ਅੱਗੇ ਪੜ੍ਹੋ। ਠੀਕ ਹੈ, ਫਿਰ ਅਗਲੀਆਂ 2-3 ਲਾਈਨਾਂ ਪੜ੍ਹ ਕੇ ਇੱਕ ਵਾਰੀ ਦੇਖ ਲਓ। ਹੁਣ ਤਾਂ ਆਪਾਂ ਨੂੰ ਵੈਸੇ ਹੀ ਯਾਦ ਹੋ ਗਈਆਂ ਸਾਰੀਆਂ ਤਕਰੀਬਨ। ਠੀਕ ਹੈ, ਚਲੋ ਅੱਗੇ ਪੜ੍ਹਦੇ ਹਾਂ। ਪੈਰਾਗ੍ਰਾਫ ਆਪਣੇ ਕੋਲੇ ਆ ਗਿਆ ਜੀ, E। ਓਕੇ, ਮਾਊਂਟਿੰਗ ਐਵੀਡੈਂਸ ਹੈਜ਼ ਕਨਫਰਮਡ। ਓਕੇ, ਮਾਊਂਟਿੰਗ ਦਾ ਮੀਨਿੰਗ ਕੀ ਪਤਾ ਕਿਸੇ ਨੂੰ? ਮਾਊਂਟਿੰਗ, ਐਨੀਵਨ ਨੋ? ਮਾਊਂਟਿੰਗ ਐਵੀਡੈਂਸ। ਸਰ ਮਾਊਂਟੇਨਿੰਗ, ਉਹ ਪਹਾੜੀਆਂ ਵਾਲੇ ਕਹਿ ਸਕਦੇ ਵੀ ਮਾਊਂਟੇਨ? ਨਹੀਂ, ਉਹ ਮਾਊਂਟੇਨਸ ਹੁੰਦੇ ਨੇ, ਉਹਦੇ ਤੋਂ ਹੀ ਬਣਿਆ ਹੋਇਆ ਵਰਡ ਹੈ। ਲਾਈਕ ਕਹਿੰਦੇ ਵੱਧਦੇ ਹੋਏ ਸਬੂਤ ਜਿਹੜੇ ਨੇ, ਹੈਜ਼ ਕਨਫਰਮਡ ਦੈਟ ਬਰਡਸ ਯੂਜ਼ ਪੋਜੀਸ਼ਨ ਆਫ ਸਨ ਐਂਡ ਸਟਾਰਸ। ਵੀਰੇ ਇਹਦਾ ਮਤਲਬ ਤਾਂ ਇਨਕਲਾਈਨਿੰਗ ਹੋਏਗਾ ਨਾ? ਯੈਸ ਯੈਸ ਯੈਸ, ਉਹੀ। ਠੀਕ ਹੈ, ਤਾਂ ਇਨਕਲਾਈਨ ਵੱਧਦੇ ਹੋਏ ਪੰਜਾਬੀ ਚ ਉਹਦਾ ਮੀਨਿੰਗ ਬਣੇਗਾ। ਠੀਕ ਹੈ, ਤਾਂ ਕਹਿੰਦੇ ਜ਼ਿਆਦਾ ਜਿਹੜੇ ਇਨਕਲਾਈਨ ਮਤਲਬ ਸਬੂਤ ਜਿਹੜੇ ਵੱਧ ਰਹੇ ਨੇ, ਉਹਨਾਂ ਨੇ ਇਹ ਗੱਲ ਕਨਫਰਮ ਕਰ ਦਿੱਤੀ ਹੈ, ਹੈਜ਼ ਕਨਫਰਮਡ ਦੈਟ ਬਰਡਸ ਜਿਹੜੇ ਨੇ ਕਹਿੰਦੇ ਯੂਜ਼ ਕਰਦੇ ਨੇ, ਪੋਜੀਸ਼ਨਸ ਯੂਜ਼ ਕਰਦੇ ਨੇ, ਕਿਹਦੀਆਂ? ਸਨ ਦੀਆਂ ਐਂਡ ਸਟਾਰ ਦੀਆਂ, ਟੂ ਅਬਟੇਨ। ਅਬਟੇਨ ਹੁੰਦਾ ਪ੍ਰਾਪਤ ਕਰਨਾ, ਕੰਪਾਸ ਡਾਇਰੈਕਸ਼ਨ। ਓਕੇ, ਜੇ ਮੈਂ ਕਹਾਂ ਕਿ ਇੱਕ ਵਾਰੀ ਆਪਾਂ ਇੰਨੀ ਕੁ ਚੀਜ਼ ਨੂੰ ਲੈ ਕੇ ਆਨਸਰ ਲਾਣਾ ਹੋਵੇ ਤਾਂ ਹੈਡਿੰਗਸ ਤੁਹਾਡੇ ਸਾਹਮਣੇ ਪਈਆਂ ਨੇ, ਪਹਿਲੀ ਪੜ੍ਹ ਲਓ, ਤੀਜੀ ਪੜ੍ਹ ਲਓ, ਜਿਹੜੀਆਂ ਕੱਟ ਦਿੱਤੀਆਂ ਨੇ ਉਹ ਨਹੀਂ ਹੈਗੀਆਂ, ਇਹਨਾਂ ਚ ਪੜ੍ਹ ਲਓ ਕਿਹੜੀ ਲੱਗਦੀ ਤੁਹਾਨੂੰ। ਜੇ ਨਾ ਲੱਗੇ ਫਿਰ ਆਪਾਂ ਅੱਗੇ ਪੜਾਂਗੇ। ਪਹਿਲੀ ਲਾਈਨ ਨੂੰ ਇੱਕ ਵਾਰੀ ਪੜ੍ਹ ਕੇ ਦੇਖੋ ਜਰੂਰ। ਜਾਂ ਫਿਰ ਕਲੋਜ਼ ਹੋ ਜਾਓਗੇ ਕਿਸੇ ਚੀਜ਼ ਦੇ। ਵੀਰੇ 7th findings on how bird migrate। ਰਿਸਰਚ ਫਾਈਂਡਿੰਗਸ ਔਨ ਹਾਊ ਬਰਡ ਮਾਈਗ੍ਰੇਟਸ। ਅਰਸ਼ ਹਾਂਜੀ। ਤੁਹਾਡਾ ਵੀ ਠੀਕ ਹੈ। ਹੋਰ ਕਿੰਨੇ ਕਿੰਨੇ ਭੇਜੇ ਆਨਸਰ? 9th ਕਿਹੜਾ ਆ? ਕੰਟਰਾਸਟ ਤੁਸੀਂ ਬਿਟਵੀਨ ਲੌਂਗ ਡਿਸਟੈਂਸ ਮਾਈਗ੍ਰੇਸ਼ਨ, ਸ਼ਾਰਟ ਡਿਸਟੈਂਸ ਮਾਈਗ੍ਰੇਸ਼ਨ। ਹਾਂ ਜੀ। ਇਹ ਕਿਹੜੀ ਲਾਈਨ ਤੋਂ ਤੁਹਾਨੂੰ ਲੱਗ ਰਿਹਾ? ਜਿਹੜੀ ਮੈਂ ਇੱਕ ਲਾਈਨ ਪੜ੍ਹੀ ਉਸ ਲਾਈਨ ਦੇ ਹਿਸਾਬ ਨਾਲ ਲੱਗ ਰਿਹਾ? ਹਾਂ, ਫਸਟ ਬਿਲਕੁਲ ਨਹੀਂ ਡਾਇਰੈਕਸ਼ਨ ਕਿਤੇ। ਵਗੈਰਾ ਤੁਸੀਂ ਮੈਨੂੰ ਦੱਸੋ ਸਿਮਰ, ਕਿੱਥੇ ਗੱਲ ਹੋ ਰਹੀ ਹੈ? ਲੌਂਗ ਡਿਸਟੈਂਸ, ਸ਼ਾਰਟ ਡਿਸਟੈਂਸ। ਕੰਟਰਾਸਟ ਦਾ ਮਤਲਬ ਕੀ ਹੁੰਦਾ ਹੈ? ਕਿ ਇੱਕ ਚੀਜ਼ ਦਾ ਦੂਜੀ ਚੀਜ਼ ਤੋਂ ਉਲਟ ਹੋਣਾ। ਕੋਈ ਇਦਾਂ ਦੀ ਮਤਲਬ ਜ਼ੀਰੋ ਕੋਈ ਇਦਾਂ ਦੀ ਨੇੜੇ ਤੇੜੇ ਦੀ ਗੱਲ ਨਹੀਂ ਹੈ। ਰਾਈਟ ਸਰ, ਫਸਟ। ਮੈਂ ਇਹ ਕਹਿ ਰਿਹਾ ਇੱਕ ਵਾਰੀ ਕਲੋਜ਼ ਜਾਓ। ਠੀਕ ਹੈ, ਦੇਖੋ ਕਹਿੰਦੇ ਜਿਹੜੇ ਸਬੂਤ ਵੱਧ ਰਹੇ ਨੇ, ਉਹਨਾਂ ਨੇ ਕਨਫਰਮ ਕੀਤਾ ਕਿ ਬਰਡਸ ਜਿਹੜੇ ਨੇ, has that birds use the position of the sun and star to obtain compass direction। ਕਹਿੰਦੇ ਜਿਹੜੇ ਸਬੂਤ ਨੇ ਉਹਨਾਂ ਨੇ ਕਨਫਰਮ ਇਹ ਗੱਲ ਕਰ ਦਿੱਤੀ ਹੈ ਕਿ ਜਿਹੜੇ ਪੰਛੀ ਨੇ ਉਹ ਪੋਜੀਸ਼ਨ ਯੂਜ਼ ਕਰਦੇ ਨੇ ਸਨ ਦੀ, ਮਤਲਬ ਸੂਰਜ ਕਿਹੜੇ ਪਾਸੇ ਹੈ ਤੇ ਤਾਰੇ ਕਿੱਧਰ ਨੂੰ ਨੇ, ਉਹਨਾਂ ਤੋਂ obtain ਪ੍ਰਾਪਤ ਕਰਦੇ ਨੇ ਕੰਪਾਸ ਡਾਇਰੈਕਸ਼ਨ ਕਿ ਕਿੱਧਰ ਨੂੰ ਜਾਣਾ ਹੈ। ਠੀਕ ਹੈ, ਤਾਂ ਜੇ ਹੁਣ ਕਲੋਜ਼ ਦੇਖੀਏ, ਦੀ ਬੈਸਟ ਮੂਮੈਂਟ ਟੂ ਮਾਈਗ੍ਰੇਟ, ਤੁਸੀਂ ਕਹਿੰਦੇ ਹੋ ਫਸਟ, ਕਿਤੇ ਬੈਸਟ ਇੱਕ ਲਾਈਨ ਦੇ ਹਿਸਾਬ ਨਾਲ ਜਸਟ ਦੇਖੋ, ਇੱਕ ਲਾਈਨ ਦੇ ਹਿਸਾਬ ਨਾਲ ਕਿਤੇ ਕੋਈ ਇਹ ਗੱਲ ਹੋਈ ਬੈਸਟ ਮੂਮੈਂਟ ਦੀ? ਨਾ ਜੀ। ਇਨਫਲੂਐਂਸ ਆਫ ਵੈਦਰ, ਇੱਕ ਲਾਈਨ ਦੇ ਹਿਸਾਬ ਨਾਲ ਵੈਦਰ ਦੀ ਵੀ ਕੋਈ ਗੱਲ ਨਹੀਂ। ਦੀ ਬੈਸਟ ਵਿੰਟਰਿੰਗ ਗਰਾਊਂਡ ਫॉर ਬਰਡ, ਨਹੀਂ ਜੀ, ਕੋਈ ਗੱਲ ਨਹੀਂ। ਰਿਸਰਚ ਫਾਈਂਡਿੰਗ ਔਨ ਹਾਊ ਬਰਡ ਮਾਈਗ੍ਰੇਟ। ਠੀਕ ਹੈ, ਆਹ ਗੱਲ ਹੋ ਰਹੀ ਹੈ, ਬਟ ਮੈਨੂੰ ਰਿਸਰਚ ਵਰਡ ਨਹੀਂ ਮਿਲਿਆ। ਤਾਂ ਉਹਦੇ ਲਈ ਮੈਂ ਥੋੜਾ ਜਿਹਾ ਅੱਗੇ ਪੜ੍ਹ ਲਾਂਗਾ। ਪਹਿਲੀ ਗੱਲ ਤਾਂ ਮੈਨੂੰ ਇੱਥੋਂ ਆਈਡੀਆ ਲੱਗ ਰਿਹਾ ਕਿ ਜਿਹੜੇ ਸਬੂਤ ਨੇ ਇਹ ਰਿਸਰਚਾਂ ਤੋਂ ਹੀ ਆਉਂਦੇ ਨੇ। ਠੀਕ ਹੈ, ਇੰਨਾ ਕੁ ਤਾਂ ਮਾਈਂਡ ਆਪਾਂ ਨੂੰ ਆਪ ਚਲਾਉਣਾ ਪਊਗਾ। ਕੋਈ ਚੀਜ਼ ਹੋਈ, ਰਿਸਰਚ ਉੱਥੋਂ ਆਈ। ਠੀਕ ਹੈ, ਚਲੋ ਅੱਗੇ ਪੜ੍ਹ ਲੈਂਦੇ ਹਾਂ। ਦਿਸ ਸੀਮ ਦਾ ਮਤਲਬ ਹੁੰਦਾ ਜਾਪਣਾ। ਠੀਕ ਹੈ, ਆਲਸੋ ਟੂ ਬੀ ਏਬਲ ਟੂ ਡਿਟੈਕਟ ਦੀ ਅਰਥ ਮੈਗਨੇਟਿਕ field probably due to having minute crystal of magnetic the region of brains. However, true navigation also require an awareness of position and time, especially when lost. Experiments have shown. So what is experiments? Experiment is research. ਤਾਂ ਪਹਿਲੀ ਲਾਈਨ ਮੈਨੂੰ ਇਸ ਚੀਜ਼ ਦੇ ਕਲੋਜ਼ ਲੈ ਆਈ। ਅੱਗੇ ਜਾ ਕੇ ਮੈਂ ਮਾੜਾ ਜਿਹਾ ਪੜ੍ਹ ਕੇ ਆਪਣੇ ਆਨਸਰ ਨੂੰ ਕਨਫਰਮ ਕਰ ਦਿੱਤਾ। ਤੇ ਮੈਂ ਜਦੋਂ ਐਗਜ਼ਾਮ ਦੇ ਕੇ ਨਿਕਲਿਆ ਤਾਂ ਮੈਂ ਇਹ ਸੋਚਿਆ ਵੀ 7 ਤੋਂ ਘੱਟ ਤਾਂ ਨਹੀਂ ਆਉਂਦੇ, ਕਿਉਂਕਿ 10 ਤੇ ਮੈਨੂੰ ਡਾਊਟ ਹੈ, ਤੇ ਜਿਹੜੇ 10 ਚ ਮੈਨੂੰ ਡਾਊਟ ਹੈ 5 ਮੇਰੇ ਉਹਦੇ ਚੋਂ ਵੀ ਠੀਕ ਹੋ ਜਾਣਗੇ। ਇਸ ਕਰਕੇ ਮੇਰਾ 7.5 ਤਾਂ ਰੀਡਿੰਗ ਚੋਂ ਨਹੀਂ ਰੁਕਦਾ, ਕਿਉਂਕਿ ਕੀਤੀ ਰੀਡਿੰਗ ਉਸ ਹਿਸਾਬ ਨਾਲ ਆਪਾਂ। ਠੀਕ ਹੈ ਨਾ,
ਤਾਂ ਆਪਾਂ ਨੂੰ ਸ਼ੋਰਟੀ ਉੱਥੇ ਹੀ ਆਨਸਰ ਲਿਸਨਿੰਗ ਦੇ ਤੇ ਰੀਡਿੰਗ ਦੇ ਆਨਸਰ ਆਪਾਂ ਨੂੰ ਰੋਜ਼ ਜਦੋਂ ਕਰਦੇ ਆ ਪਤਾ ਲੱਗ ਜਾਂਦੇ ਨੇ ਵੀ ਕੀ ਲਾਏ ਨੇ, ਠੀਕ ਹੈ, ਕਿੰਨੇ ਕੁ ਆ ਜਾਣਗੇ, ਬਿਨਾਂ ਆਨਸਰ ਚੈੱਕ ਕੀਤੇ ਵੀ ਆਪਾਂ ਨੂੰ ਆਈਡੀਆ ਮਿਲ ਜਾਂਦਾ ਹੁੰਦਾ, ਠੀਕ ਹੈ। ਤਾਂ ਇਹਦਾ ਆਪਣਾ ਆਨਸਰ ਆ ਗਿਆ ਜੀ 7 ਨੰਬਰ ਵਾਲਾ, ਰਿਸਰਚ ਫਾਈਂਡਿੰਗ ਔਨ ਹਾਊ ਬਰਡ ਮਾਈਗ੍ਰੇਟ, ਠੀਕ ਹੈ। ਤਾਂ ਉਹਨਾਂ ਨੇ ਬਿਲਕੁਲ ਆਪਾਂ ਨੂੰ ਗੱਲ ਕਲੀਅਰ ਕਰ ਦਿੱਤੀ ਵੀ ਉਹ ਕਿਵੇਂ ਕਰਦੇ ਨੇ, ਉਹ ਸਨ ਤੇ ਸਟਾਰਾਂ ਦੀ ਡਾਇਰੈਕਸ਼ਨ ਯੂਜ਼ ਕਰ ਲੈਂਦੇ ਨੇ। ਉਸ ਤੋਂ ਬਾਅਦ ਉਹ ਹੋਰ ਕੁਝ ਚੀਜ਼ਾਂ ਨੇ ਲਾਈਕ ਨੈਵੀਗੇਟ, ਇਦਾਂ ਦੇ ਕੁਝ ਉਹਨਾਂ ਨੇ ਵਰਡ ਯੂਜ਼ ਕਰ ਲਏ, ਠੀਕ ਹੈ। ਆਪਣੀ ਧਰਤੀ ਦੀ ਮੈਗਨੇਟਾਈਟ ਉਹ ਚੀਜ਼ਾਂ ਯੂਜ਼ ਕਰਦੇ ਨੇ। ਇਹ ਗੱਲ ਐਕਸਪੈਰੀਮੈਂਟਸ ਨੇ ਵੀ ਸ਼ੋ ਕਰ ਦਿੱਤੀ, ਹੈਵ ਸ਼ੋਨ, ਕੰਮ ਹੋ ਚੁੱਕਿਆ, have shown that after being taken thousands of miles over an unfamiliar landmark, birds are still capable to returning rapidly to nest site। ਹੁਣ ਇਹ ਚੀਜ਼ ਦੀ ਕਨੈਕਟੀਵਿਟੀ ਕਿਹਦੇ ਨਾਲ ਆ ਰਹੀ ਹੈ, ਕਿਉਂਕਿ ਸੂਰਜ ਤਾਂ ਉਹੀ ਹੈ, ਤਾਰੇ ਤਾਂ ਉਹੀ ਨੇ, ਉਹਨਾਂ ਦੀ ਡਾਇਰੈਕਸ਼ਨ ਉਹਨਾਂ ਨੇ ਯੂਜ਼ ਕਰਨੀ ਹੈ। ਇਸ ਕਰਕੇ ਆਪਣਾ ਜਿਹੜਾ ਆਨਸਰ ਆ ਗਿਆ, ਇਹਦਾ ਆ ਗਿਆ ਰਿਸਰਚ ਫਾਈਂਡਿੰਗ ਹਾਊ ਬਰਡ ਮਾਈਗ੍ਰੇਟ। ਸਭ ਨੂੰ ਕਲੀਅਰ ਹੋਇਆ? ਹਾਂਜੀ ਵੀਰੇ। ਓਕੇ ਜੀ, ਅੱਗੇ ਚੱਲਦੇ ਹਾਂ ਜੀ। ਓਕੇ, ਤਾਂ ਇਹ ਪੈਰਾਗ੍ਰਾਫ ਆਪਣੇ ਕੋਲੇ, ਚਲੋ ਇਹ ਮੈਂ ਚਾਹੁੰਦਾ ਕਿ ਤੁਸੀਂ ਪੜ੍ਹੋ, ਆਪਣਾ ਆਪਣਾ ਪੜ੍ਹੋ ਤੇ ਆਨਸਰ ਦੱਸੋ ਮੈਨੂੰ, ਫਿਰ ਮੈਂ ਤਾਂ ਪੜ੍ਹਾਵਾਂਗਾ ਥੋੜੀ ਜਿਹੀ, ਮੈਂ ਤੁਹਾਡੀ ਵੀ ਅੰਡਰਸਟੈਂਡਿੰਗ ਦੇਖਾਂ। ਹੈਡਿੰਗਸ ਆਪਣੇ ਕੋਲੇ 4-5 ਹੀ ਰਹਿ ਗਈਆਂ ਨੇ। ਹਾਂਜੀ ਦੱਸੋ। ਪੁਨੀਤ ਰੌਂਗ ਵੀਰੇ ਹੈ? ਥਰਡ, ਨਹੀਂ, ਇਨਫਲੂਐਂਸ ਆਫ ਵੈਦਰ। ਨਹੀਂ ਰੌਂਗ ਹੈ। ਅਰਸ਼ ਰੌਂਗ ਹੈ। ਇਨਫਲੂਐਂਸ ਦਾ ਮਤਲਬ ਹੁੰਦਾ ਪੋਜ਼ਿਟਿਵ, ਪ੍ਰਭਾਵਿਤ ਕਰਨਾ ਕਿਸੇ ਚੀਜ਼ ਨੂੰ, ਲਾਈਕ ਇੱਕ ਤਰ੍ਹਾਂ ਦਾ ਇਨਕਰਜ ਕਰਨਾ ਵੀ, ਮਤਲਬ ਪੋਜ਼ਿਟਿਵ ਨਹੀਂ ਕਹਿ ਸਕਦੇ, ਨੈਗੇਟਿਵ ਵੀ ਕਹਿ ਸਕਦੇ, ਰੌਂਗ ਵੀ ਕੋਈ ਪ੍ਰਭਾਵਿਤ ਕਰ ਸਕਦਾ। ਹਾਂਜੀ। ਜਿਸਟ ਕੱਢੋ, ਇਹਦਾ ਇੱਕ ਨਾ ਸਾਰ ਕੱਢੋ ਆਪਣੀ ਹੀ, ਜਿਵੇਂ ਵੀ ਇੰਗਲਿਸ਼ ਦੇ ਵਿੱਚ ਸਮਝ ਆਉਂਦਾ ਹੈ, ਪੰਜਾਬੀ ਚ ਸਮਝ ਆਉਂਦਾ ਹੈ। ਅੱਧਾ ਮਿੰਟ ਹੋਰ ਹੈ ਤੁਹਾਡੇ ਕੋਲੇ। Eighth, ਸਕਸੈਸਫੁਲ ਮਾਈਗ੍ਰੇਸ਼ਨ ਡਿਸਪਾਈਟ ਟਰਬਲ ਆਫ ਵਿੰਡ, ਕਿੱਥੇ ਗੱਲ ਹੋਈ ਹੈ ਟਰਬਲ ਆਫ ਵਿੰਡ ਦੀ? ਉਹ ਤਾਂ ਉਹਨਾਂ ਨੇ ਕਿਹਾ, ਆ ਦੇਖੋ ਆ ਗੱਲ ਕਹਿੰਦੇ ਹੋ ਐਂਡ ਯੂਟਿਲਾਈਜ਼ਿੰਗ ਫੇਵਰੇਬਲ ਵਿੰਡਸ, ਇਹ ਤਾਂ ਕਹਿੰਦੇ ਨੇ ਵੀ ਜੇ ਜਿੱਧਰ ਨੂੰ ਹਵਾ ਹੁੰਦੀ ਹੈ ਇਹ ਉਸ ਚੀਜ਼ ਨੂੰ ਯੂਜ਼ ਕਰਦੇ ਨੇ, ਉਧਰ ਨੂੰ ਉੱਡ ਪੈਂਦੇ ਨੇ। ਅਰਸ਼ ਠੀਕ ਹੈ, ਹੁਣ ਠੀਕ ਹੈ। ਬਬਲੀ ਹੁਣ ਠੀਕ ਹੈ। ਬਬਲੀ ਤੁਸੀਂ ਨਹੀਂ, ਬਬਲੀ ਗਲਤ ਹੈ ਤੁਹਾਡਾ। ਸਿਮਰਨ ਕਿੱਥੇ ਕੰਟਰਾਸਟ ਬਿਟਵੀਨ ਲੌਂਗ ਡਿਸਟੈਂਸ ਸ਼ਾਰਟ ਡਿਸਟੈਂਸ, ਕਿਹਦੇ ਤੇ ਫਸ ਗਏ ਤੁਸੀਂ? ਰੌਂਗ ਹੈ। ਆਨਸਰ ਇਜ਼ ਫਸਟ, ਆਨਸਰ ਇਜ਼ ਫਸਟ, ਠੀਕ ਹੈ। ਹੁਣ ਦੇਖੋ ਐਗਜ਼ੈਕਟਲੀ ਲਾਈਨ ਕੋਈ ਨਹੀਂ ਪਈ, ਇਹਦਾ ਸਾਰ ਦੇਖੋ, ਕਹਿੰਦੇ ਨੈਵਰ ਦੀ ਲੈਸ, ਇਹਦਾ ਮਤਲਬ ਹੁੰਦਾ ਫਿਰ ਵੀ। ਹੁਣ ਉੱਪਰ ਕਨੈਕਟੀਵਿਟੀ ਇਸ ਚੀਜ਼ ਨਾਲ, ਆਲ ਜਰਨੀਜ਼ ਇਨਵੋਲਵ ਕੰਸੀਡਰੇਬਲ ਰਿਸਕ, ਸਾਰੀਆਂ ਜਰਨੀ ਦੇ ਵਿੱਚ ਇੱਕ ਮਿਲਦਾ ਜੁਲਦਾ ਜਿਹਾ ਰਿਸਕ ਤਾਂ ਕਹਿੰਦੇ ਹੁੰਦਾ ਹੈ। ਐਂਡ ਪਾਰਟ ਆਫ ਦੀ ਸਕਿੱਲ ਇਨ ਅਰਾਈਵਿੰਗ ਸੇਫਲੀ ਇਜ਼ ਸੈਟਿੰਗ ਆਫ ਐਟ ਦੀ ਰਾਈਟ ਟਾਈਮ, ਕਹਿੰਦੇ ਸਕਿੱਲ ਦਾ ਪਾਰਟ ਕੀ ਹੈ, ਉਹ ਇਹ ਹੈ ਵੀ ਰਾਈਟ ਟਾਈਮ ਤੇ ਕਿਸੇ ਜਗ੍ਹਾ ਤੇ ਪਹੁੰਚ ਜਾਣਾ, ਠੀਕ ਹੈ। ਦਿਸ ਮੀਨਸ, ਇਹਦਾ ਮਤਲਬ ਕੀ ਹੋਇਆ, ਐਕੂਰੇਟ ਵੈਦਰ ਫੋਰਕਾਸਟਿੰਗ, ਬਰਡ ਪਹਿਲਾਂ ਹੀ ਅੰਦਾਜ਼ਾ ਲਾ ਲੈਂਦੇ ਨੇ ਵੀ ਮੀਂਹ ਆਏਗਾ ਕਿ ਹਨੇਰੀ ਆਏਗੀ। ਐਂਡ ਯੂਟਿਲਾਈਜ਼ਿੰਗ ਫੇਵਰੇਬਲ ਵਿੰਡਸ, ਹਵਾ ਕਿੱਧਰ ਨੂੰ ਚੱਲੇਗੀ, ਜੇ ਉਹਨਾਂ ਨੇ ਜਿੱਧਰ ਨੂੰ ਜਾਣਾ ਉਧਰ ਨੂੰ ਚੱਲੇਗੀ, ਉਧਰ ਉਹਦਾ ਫਾਇਦਾ ਲੈਣਗੇ, ਠੀਕ ਹੈ।
ਤਾਂ ਅੱਗੇ ਕਹਿੰਦੇ birds are adapt at both and in a laboratory test some have been shown to detect the minute difference in barometric pressure between the floor and ceiling of the room. Often birds react to weather change before there is any visible sign of them. ਕਹਿੰਦੇ ਜਿਹੜੇ bird ਨੇ ਨਾ ਕਹਿੰਦੇ ਵੀਰੇ ਫਿਰ ਇੱਥੇ ਮੂਵਮੈਂਟ ਦਾ ਮਤਲਬ ਟਾਈਮ ਹੋਇਆ ਨਾ ਕਿ ਬੈਸਟ ਟਾਈਮ ਟੂ ਮਾਈਗ੍ਰੇਟ। ਯੈਸ ਮੂਵਮੈਂਟ ਉਹੀ ਹੈ। ਮੂਵਮੈਂਟ ਕੀ ਹੁੰਦਾ? ਇੱਕ ਪਲ, ਹਾਂਜੀ ਮੌਕਾ ਮਿਲਿਆ, ਚੌਕਾ ਲਾਇਆ, ਠੀਕ ਹੈ। ਤਾਂ ਬੈਸਟ ਟਾਈਮ ਟੂ ਉਹਨਾਂ ਨੇ ਉਹੀ ਗੱਲ ਕੀਤੀ ਹੈ ਵੀ ਉਹਨਾਂ ਨੂੰ ਜਦੋਂ ਲਾਈਕ ਆ ਕੀ ਗੱਲਾਂ ਕਰ ਰਹੇ ਨੇ, ਠੀਕ ਹੈ। ਗੱਲਾਂ ਉਹ ਇਹ ਕਰ ਰਹੇ ਨੇ ਕਿ ਜਦ ਫੇਵਰੇਬਲ ਵਿੰਡ ਹੁੰਦੀ ਹੈ ਉਹਦਾ ਲਾਈਕ ਉਹ ਬੈਨੀਫਿਟ ਲੈਂਦੇ ਹੋਣਗੇ, ਠੀਕ ਹੈ। ਵੈਦਰ ਨੂੰ ਫੋਰਕਾਸਟ ਕਰ ਲੈਂਦੇ ਨੇ। ਫੋਰਕਾਸਟ ਕੀ ਹੈ? ਐਕਸੈਪਟ ਉਹ ਕਰਨਾ, ਦੂਜਾ ਪ੍ਰੈਡਿਕਸ਼ਨ ਕਰਨੀ, ਠੀਕ ਹੈ। ਤਾਂ ਉਹ ਗੱਲਾਂ ਕਰ ਰਹੇ ਨੇ। ਹੁਣ ਐਗਜ਼ੈਕਟ ਜੇ ਕਹੀਏ ਵੀ ਆਪਾਂ ਨੂੰ ਇੱਥੇ ਮਹੀਨਾ ਲਿਖਿਆ ਹੋਵੇ ਵੀ ਅਪ੍ਰੈਲ ਦੇ ਮਹੀਨੇ ਚ ਉੱਡਦੇ ਨੇ, ਉਹ ਤਾਂ ਨਹੀਂ, ਇੰਨਾ ਤਾਂ ਈਜ਼ੀ ਨਹੀਂ ਦੇਣਗੇ ਨਾ, ਠੀਕ ਹੈ। ਤਾਂ ਅੱਗੇ ਜਾ ਤੁਸੀਂ ਪੜ੍ਹ ਸਕਦੇ ਹੋ ਵਿੱਚ ਫੀਡ ਗ੍ਰਾਸਲੈਂਡ ਕੋਈ ਫਲੀ। ਤਾਂ ਜਿਹੜੇ ਬੱਚੇ ਨੇ ਇੱਥੋਂ ਇਹਨਾਂ ਜਿਹੜੇ ਬੱਚੇ ਨੇ ਇੱਥੋਂ ਲਾਇਆ ਐਂਡ ਯੂਟਿਲਾਈਜ਼ਿੰਗ ਫੇਵਰੇਬਲ ਵਿੰਡਸ, ਜਿਹੜੇ ਬੱਚੇ ਨੇ ਇੱਥੋਂ ਲਾਇਆ ਐਂਡ ਯੂਟਿਲਾਈਜ਼ਿੰਗ ਫੇਵਰੇਬਲ ਵਿੰਡਸ ਤੇ ਆਨਸਰ ਲਾ ਦਿੱਤਾ ਕਿਹੜਾ? ਸਕਸੈਸਫੁਲ ਮਾਈਗ੍ਰੇਸ਼ਨ ਡਿਸਪਾਈਟ ਆਫ ਟਰਬਲ ਆਫ ਵਿੰਡ। ਉਹ ਕਹਿੰਦੇ ਵੀ ਉਹ ਤਾਂ ਹਵਾਵਾਂ ਨੂੰ ਯੂਟਿਲਾਈਜ਼ ਕਰਦੇ ਨੇ, ਇੱਥੇ ਉਹ ਕਹਿੰਦੇ ਪਏ ਨੇ ਵੀ ਉਹ ਤਾਂ ਟਰਬਲ ਫੇਸ ਕਰਦੇ ਨੇ, ਮਤਲਬ ਟਰਬਲ ਹੋਣ ਦੇ ਬਾਵਜੂਦ ਵੀ ਉਹ ਲਾਈਕ ਸਕਸੈਸਫੁਲ ਮਾਈਗ੍ਰੇਟ ਕਰਦੇ ਨੇ। ਆਨਸਰ ਇਜ਼ ਫਸਟ। ਓਕੇ, ਕਲੀਅਰ ਹੋਇਆ ਸਭ ਨੂੰ? ਹਾਂਜੀ ਹਾਂਜੀ ਸਰ। ਹੁਣ ਜੇ ਕੱਟੀ ਜਾਵਾਂਗੇ ਤਾਂ ਫਿਰ ਵਿੱਚ ਲਾਈ ਜਾਣਗੇ। ਓਕੇ ਜੀ, ਅਗਲੀ ਹੈਡਿੰਗ ਦੇ ਰਿਹਾ ਤੁਹਾਨੂੰ, ਇਹ ਵੀ ਆਪੇ ਲੱਭੋ, ਛੋਟੀ ਜੀ ਹੈ, 1 ਮਿੰਟ ਦਾ ਟਾਈਮ ਹੈ ਤੁਹਾਡੇ ਕੋਲ, ਪੜ੍ਹੋ ਤੇ ਲਗਾਓ। ਹੁਣ ਤਾਂ ਹੈਡਿੰਗ ਵੀ 1 2 3 4 ਰਹਿ ਗਈਆਂ ਤੇ ਚੂਜ਼ ਕਰਨੀ ਵੀ ਈਜ਼ੀ ਹੈ, ਕਰੋ। ਹਾਂਜੀ, ਐਨੀ ਆਈਡੀਆ? Eighth Arsh, ठीक है बबली। हाँ जी, बाकियां नू कोई आइडिया? ਵੀਰੇ 8th। ओके, बाकी जी? सिमरन 9th है? 9th। है सच्ची? हाँ 9th। सिमरन सारे दे 9th ही लाएंगे? ਹਾਂ ਮੈਂ ਅੱਜ ਸਾਰਿਆਂ ਦੇ 9th ਲੱਗ ਹੀ ਜਾਣਾ, ਹੁਣ ਮੈਨੂੰ ਕੋਈ ਹੋਰ ਵਧੀਆ ਨਹੀਂ ਲੱਗਣ ਡਿਆ। ਵਿਆਹ ਕਰਾ ਲਾ 9th ਨਾਲ ਫਿਰ। ਚਲੋ ਓਕੇ, ਤਾਂ 9th ਆਨਸਰ ਨਹੀਂ ਹੈਗਾ ਸਿਮਰ, ਆਨਸਰ ਇਜ਼ 8th। ਓਕੇ, ਸਕਸੈਸਫੁਲ ਮਾਈਗ੍ਰੇਸ਼ਨ ਡਿਸਪਾਈਟ ਦੀ ਟਰਬਲ ਆਫ ਮਾਈਂਡ। ਕਲੀਅਰ ਪਿਆ? ਦੇਖਿਓ ਉੱਪਰ ਤਾਂ ਹੁਣ ਨਾਉਨ ਨੂਨ ਯੂਜ਼ ਕਰ ਗਏ, ਠੀਕ ਹੈ। ਆ ਦੇਖੋ ਇੱਥੇ ਉਹਨਾਂ ਨੇ ਗੱਲ ਕੀਤੀ ਕਨਵਰਸਲੀ ਈਚ ਆਟਮ। ਹੁਣ ਆਟਮ ਉਹਦਾ ਪੰਜਾਬੀ ਚ ਤਾਂ ਨਹੀਂ ਪਤਾ, ਜਿਵੇਂ ਆਪਣੀਆਂ ਰੁੱਤਾਂ ਨਹੀਂ ਹੁੰਦੀਆਂ ਬਸੰਤ, ਬਹਾਰ, ਪਤਝੜ, ਉਹ ਉਹਨਾਂ ਦੇ ਵਿੱਚ ਕੋਈ ਇਹਦਾ ਮੀਨਿੰਗ ਹੈਗਾ। ਅ ਸਮਾਲ ਨੰਬਰ ਆਫ ਨਾਰਥ ਅਮਰੀਕਨ ਬਰਡਸ ਜਿਹੜੇ ਨੇ ਆਰ ਬਿਲੋਂਗ, ਥਰਡ ਫਾਰਮ ਲੱਗੀ ਹੋਈ ਹੈ, ਠੀਕ ਹੈ। ਅਕ੍ਰੋਸ ਦੀ ਅਟਲਾਂਟਿਕ, ਕਹਿੰਦੇ ਉੱਡ ਜਾਂਦੇ ਨੇ, ਪਾਰ ਕਰ ਜਾਂਦੇ ਨੇ ਅਟਲਾਂਟਿਕ ਨੂੰ, ਬਾਈ ਫਾਸਟ ਮੂਵਿੰਗ ਵੈਸਟਰਲੀ ਟੇਲ ਵਿੰਡਸ, ਕਹਿੰਦੇ ਇਹਨਾਂ ਦੇ ਦੁਆਰਾ ਵੀ ਕਹਿੰਦੇ ਉੱਡ ਜਾਂਦੇ ਨੇ, ਠੀਕ ਹੈ। ਸਮਾਲ ਨੰਬਰ ਆਫ ਨਾਰਥ ਅਮਰੀਕਨ ਜਿਹੜੇ ਬਰਡਸ ਹੈਗੇ ਨੇ ਉੱਡਦੇ ਨੇ ਅਕ੍ਰੋਸ ਦੀ ਅਟਲਾਂਟਿਕ ਬਾਈ ਫਾਸਟ ਮੂਵਿੰਗ
ਵੈਸਟਰਨਲੀ ਟੇਲ ਵਿੰਡਸ। ਅੱਗੇ ਕਹਿੰਦੇ ਨਾਟ ਓਨਲੀ ਡੂ ਦੇ ਅਰਾਈਵ ਅਰਾਈਵ ਸੇਫਲੀ, ਸੇਫਟੀ ਤੱਕ ਹੀ ਸਹੀ ਕਲੀਅਰ ਹੋ ਜਾਂਦਾ ਜੀ। ਹਾਂ ਕਹਿੰਦੇ ਨਾ ਤਾਂ ਇਕੱਲੇ ਕਹਿੰਦੇ ਉਹ ਸੇਫਲੀ ਪਹੁੰਚਦੇ ਨੇ, ਠੀਕ ਹੈ, ਨਾਟ ਓਨਲੀ ਲਗਾ ਕੇ ਜਸਟ ਤੁਹਾਨੂੰ ਕਨਫਿਊਜ਼ ਕੀਤਾ ਜਾ ਰਿਹਾ, ਬਟ ਜਿਹੜੇ ਬੱਚੇ ਨੂੰ ਨਾਟ ਓਨਲੀ ਬਟ ਆਲਸੋ ਦਾ ਯੂਜ਼ ਆਉਂਦਾ ਹੈ ਉਹ ਤਾਂ ਗਲਤ ਨਹੀਂ ਕਰੂਗਾ, ਠੀਕ ਹੈ। ਕਹਿੰਦੇ ਨਾ ਤਾਂ ਉਹ ਸਿਰਫ ਪਹੁੰਚਦੇ ਨੇ ਸੇਫਲੀ ਇਨ ਯੂਰਪ ਬਟ ਬੇਸਡ ਔਨ ਰਿੰਗਿੰਗ ਐਵੀਡੈਂਸ। ਹੁਣ ਆ ਜਿਹੜੀ ਚੀਜ਼ ਉਹਨਾਂ ਨੇ ਕੌਮੇ ਲਾ ਦਿੱਤੇ ਨਾ, ਥੋੜਾ ਜਿਹਾ ਇੱਥੇ ਫਿਰ ਕਨਫਿਊਜ਼ ਕਰਨ ਲੱਗ ਗਏ ਤੁਹਾਨੂੰ, ਆ ਕੌਮੇ ਲਾ ਕੇ। ਹੁਣ ਇੱਥੇ ਇੱਥੋਂ ਤੱਕ ਜਾਂਦੇ ਜਾਂਦੇ ਕਨੈਕਟੀਵਿਟੀ ਬੱਚਾ ਤੋੜ ਪੈਂਦਾ ਸੈਂਟੈਂਸ ਦੀ, ਇਹਨੂੰ ਜੀ ਛੱਡ ਦੋ, ਠੀਕ ਹੈ। ਬਟ ਹੁਣ ਬਟ ਕੀ ਦੀ ਕਨੈਕਟੀਵਿਟੀ ਹੈ, ਨਾਟ ਓਨਲੀ ਦੀ। ਨਾਟ ਓਨਲੀ ਡੂ ਦੇ ਅਰਾਈਵ ਸੇਫਲੀ ਬਟ some make it back to North America the following spring after probably spending the winter a European migrant in sunny African climes। ਕਹਿੰਦੇ ਕੁਝ ਕਹਿੰਦੇ ਸਿਰਫ ਉਹ ਸੇਫਲੀ ਅਰਾਈਵ ਨਹੀਂ ਕਰਦੇ, ਪਹੁੰਚਦੇ ਹੀ ਨਹੀਂ ਸਿਰਫ, ਠੀਕ ਹੈ, ਉਹ ਆਪਣੀ ਗੱਲ ਕੀ ਪਈ ਹੈ ਸਕਸੈਸਫੁਲ ਮਾਈਗ੍ਰੇਸ਼ਨ, ਠੀਕ ਹੈ। ਅੱਗੇ ਕਹਿੰਦੇ ਪਰ ਕੁਝ ਕੁ ਜਿਹੜੇ ਨੇ ਉਹ ਬੈਕ ਵੀ ਆ ਜਾਂਦੇ ਨੇ ਨਾਰਥ ਅਮਰੀਕਾ ਦੇ ਵਿੱਚ ਸਪਰਿੰਗ ਨੂੰ ਫੋਲੋ ਕਰਦੇ ਕਰਦੇ, ਠੀਕ ਹੈ। ਅੱਗੋਂ ਵਾਲੀ ਗੱਲ ਦੀ ਤਾਂ ਆਪਣੀ ਕੋਈ ਲੈਣਾ ਦੇਣਾ ਹੀ ਨਹੀਂਗਾ। ਤਾਂ ਜੇ ਆਪਾਂ ਦੇਖੀਏ ਦੀ ਇਨਫਲੂਐਂਸ ਆਫ ਵੈਦਰ, ਕੋਈ ਰੂਟ ਦੀ ਤਾਂ ਗੱਲ ਹੀ ਨਹੀਂ ਹੋਈ, ਠੀਕ ਹੈ। ਤਾਂ ਦੇਖੀਏ ਕੰਟਰਾਸਟ ਬਿਟਵੀਨ ਲੌਂਗ ਡਿਸਟੈਂਸ ਮਾਈਗ੍ਰੇਸ਼ਨ ਐਂਡ ਸ਼ਾਰਟ ਡਿਸਟੈਂਸ ਮਾਈਗ੍ਰੇਸ਼ਨ, ਕੋਈ ਲੌਂਗ ਸ਼ਾਰਟ ਦੀ ਗੱਲ ਹੋਈ ਹੈ ਸਿਮਰ ਕਿਤੇ, ਦੱਸੋ ਮੈਨੂੰ। ਮੈਂ ਤੇ ਉਦਾਂ ਕਿਹਾ ਸੀ ਪੂਰੀ, ਤੁਸੀਂ ਹੁਣ ਅੱਛਾ ਚਲੋ ਠੀਕ ਹੈ, ਉਦਾਂ ਤਾਂ ਮੈਨੂੰ ਪਤਾ, ਤੈਨੂੰ ਪਤਾ ਸੀਗਾ ਆਨਸਰ। ਓਕੇ, ਸਕਸੈਸਫੁਲ ਮਾਈਗ੍ਰੇਸ਼ਨ ਡਿਸਪਾਈਟ, ਬਾਵਜੂਦ ਕਹਿੰਦੇ ਟਰਬਲ ਆਫ ਵਿੰਡ, ਠੀਕ ਹੈ। ਤਾਂ ਉਹਨਾਂ ਨੇ ਇੱਥੇ ਗੱਲ ਕੀਤੀ ਵੀ ਹਵਾ ਦੇ ਵਿੱਚ ਵੀ ਉਹ ਉੱਡ ਜਾਂਦੇ ਨੇ, ਮਤਲਬ ਕੀ ਹੋਇਆ ਕਿ ਹਵਾ ਦੇ ਬਾਵਜੂਦ ਵੀ ਉੱਡ ਕੇ, ਹਵਾ ਚੱਲਦੀ ਦੇ ਬਾਏ ਮਤਲਬ ਹਵਾ ਦੇ ਦੁਆਰਾ ਉੱਡ ਜਾਂਦੇ ਨੇ, ਠੀਕ ਹੈ। ਤਾਂ ਮਤਲਬ ਉਹੀ ਹੋ ਗਿਆ ਵੀ ਹਵਾ ਦੇ ਨਾਲ ਨਾਲ ਹਵਾ ਹੋਣ ਦੇ ਬਾਵਜੂਦ ਵੀ ਉਹ ਉੱਡ ਜਾਂਦੇ ਨੇ। ਤਾਂ ਆਪਣਾ ਜੀ ਦਾ ਆਨਸਰ ਆ ਗਿਆ 8th। ਹੁਣ ਇਸ ਮੈਥਡ ਨੂੰ ਕੀ ਰੇਟਿੰਗ ਹੈ ਤੁਹਾਡੀ 10 ਆਊਟ ਆਫ 10 according ਠੀਕ to ਹੈ ਨਾ ਇਹ me is ਮੈਥਡ? 10 ਹਾਂਜੀ। ਹਾਂ ਤੁਸੀਂ ਇਹ ਮੈਥਡ ਬਸ ਯੂਜ਼ ਇਹ- ਕਰ ਸਕਦੇ ਹੋ। ਹਾਂਜੀ ਬੋਲੋ। ਇਹਦੇ ਵਿੱਚ ਟਾਈਮ ਘੱਟ ਲੱਗਦਾ, ਬਸ ਤੇ ਹੋਰ ਥੋੜੀ ਜਿਹੀ ਜ਼ਿਆਦਾ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੋ ਇਹਦੇ ਜਾਂਦੀ ਵਿੱਚ ਇਹਦੇ ਵਿੱਚ ਪਤਾ ਕੀ ਹੈ, ਜਿਹੜੇ ਬੱਚੇ ਐਂ ਸੋਚਦੇ ਨੇ ਨਾ ਕਿ ਅਸੀਂ ਕਿਉਂ 2-3 ਮਿੰਟ ਇੱਥੇ ਖਰਾਬ ਕਰੀਏ ਇਹਨਾਂ ਨੂੰ ਪੜ੍ਹਨ ਦੇ ਵਿੱਚ, ਉਹ ਪੈਂਦੇ ਨੇ ਕਾਹਲੇ, ਉਹ ਪੜ੍ਹਨ ਲੱਗ ਜਾਂਦੇ ਨੇ ਉੱਧਰ ਸਿੱਧਾ, ਠੀਕ ਹੈ। ਜਦੋਂ ਉੱਧਰ ਪੜ੍ਹਨ ਲੱਗ ਗਏ ਉਹ ਗੱਲ ਉੱਥੇ ਹੀ ਆ ਜਾਂਦੀ ਹੈ, ਉਹ ਫਿਰ ਉਨੀਆਂ ਚੀਜ਼ਾਂ ਸਮਝ ਘੱਟ ਆਉਂਦੀਆਂ ਨੇ। ਹੁਣ ਆਹ ਚੀਜ਼ ਆਪਾਂ ਪਹਿਲਾਂ ਪੜ੍ਹੀ ਹੋਈ ਸੀ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਸੀ ਕਿ ਅਸੀਂ ਗੱਲਾਂ ਲੱਭਣ ਕੀ ਜਾਣਾ। ਜਿਹੜੀ ਮੈਂ ਤੁਹਾਨੂੰ ਇੱਕ ਪੰਜਾਬੀ ਚ ਐਗਜ਼ਾਮਪਲ ਦਿੰਦਾ ਹੁੰਦਾ ਨਾ, ਵੀ ਜਦੋਂ ਪਤਾ ਹੋਵੇ ਨਾ ਦੁਕਾਨ ਤੋਂ ਸਾਬਣ ਲੈਣ ਕਿਹੜਾ ਜਾਣਾ ਹੈ, ਭਾਵੇਂ 50 ਤਰ੍ਹਾਂ ਦੇ ਪਏ ਨੇ, ਆਪਣੀ ਅੱਖ ਉਹਦੇ ਤੇ ਜਾਏਗੀ। ਤਾਂ ਪਹਿਲੀ ਲਾਈਨ, ਹੁਣ ਕਿੰਨਾ ਮਟੀਰੀਅਲ ਆਪਾਂ ਛੱਡਿਆ, ਪਹਿਲੀ ਲਾਈਨ ਤੋਂ ਹੀ ਆਪਾਂ ਨੂੰ ਅੰਦਾਜ਼ੇ ਲੱਗੇ। ਪਰ ਇੱਕ ਚੀਜ਼ ਯਾਦ ਰੱਖਿਓ, ਹਰੇਕ ਸਟ੍ਰੈਟਜੀ ਹਰੇਕ ਚੀਜ਼ ਦੇ ਵਿੱਚ ਵਰਕ ਨਹੀਂ ਕਰਦੀ। ਲਾਈਕ ਕੋਈ ਹੋਰ ਪੈਸੇਜ ਆਊਗਾ ਉਹਦੇ ਵਿੱਚ, ਜਿਵੇਂ ਇਹਦੇ ਵਿੱਚ ਵੀ ਉਦਾਂ ਹੀ ਚੱਲਿਆ ਹੁੰਦਾ ਕੀ ਹੈ ਕਿ ਲਾਈਕ ਪਹਿਲੀਆਂ 2 ਲਾਈਨਾਂ ਚੈੱਕ ਕਰ ਲਓ, 2 ਲਾਈਨਾਂ ਦੇ ਹਿਸਾਬ ਨਾਲ ਹੀ ਮੈਚ ਕਰਕੇ ਦੇਖੋ ਵੀ ਕੋਈ ਚੀਜ਼ ਕਲੋਜ਼ ਲੱਗ ਰਹੀ ਹੈ, ਫਿਰ ਅਗਲਾ ਪੜ੍ਹ ਲਓ, ਫਿਰ ਤੁਹਾਨੂੰ ਹੋਰ ਜ਼ਿਆਦਾ ਕਲੋਜ਼ ਆਨਸਰ ਮਿਲ ਜੂਗਾ, ਠੀਕ ਹੈ। ਇਦਾਂ ਹੀ ਆਪਾਂ ਉਹਦੇ ਚ ਕਰਨਾ ਹੈ, ਵਿੱਚ ਪੈਰਾਗ੍ਰਾਫ ਕੰਟੇਨ ਦੇ, ਉਹ ਇਸ ਤੋਂ ਵੀ ਜ਼ਿਆਦਾ ਸੌਖੇ ਹੁੰਦੇ ਨੇ, ਠੀਕ ਹੈ। ਕਿਉਂਕਿ ਉਹਦੇ ਵਿੱਚ ਉਹ ਕਰੈਕ ਹੀ ਕੀਤੇ ਹੋਏ ਨੇ ਮੈਂ, ਉਹਦੇ ਚ 5-6 ਗੱਲਾਂ ਹੀ ਹੁੰਦੀਆਂ ਨੇ, ਐਗਜ਼ਾਮਪਲ ਆਫ, ਲਿਸਟ ਆਫ, ਡਿਸਕ੍ਰਿਪਸ਼ਨ ਆਫ ਸਮਥਿੰਗ, ਠੀਕ ਹੈ, ਡਿਟੇਲ ਆਫ ਸਮਥਿੰਗ, ਠੀਕ ਹੈ। ਹਾਂਜੀ ਕੋਈ ਕੁਝ ਪੁੱਛਣ ਲੱਗਿਆ ਸੀਗਾ। ਸਰ ਮੈਂ ਇੱਕ ਇਹ ਪੁੱਛਦੀ ਸੀ ਕਿ ਜਿਵੇਂ ਕਈ ਵਾਰ ਕੀ ਹੁੰਦੀ ਹੈ, ਹਾਊਐਵਰ ਤੋਂ ਬਾਅਦ ਕਹਿੰਦੇ ਇਨਫੋਰਮੇਸ਼ਨ ਚੇਂਜ ਹੋ ਜਾਂਦੀ ਹੁੰਦੀ ਆ, ਉਹ ਚੀਜ਼ ਦੇਖਣੀ ਜ਼ਰੂਰੀ ਹੁੰਦੀ ਹੈ। ਦੇਖੋ ਜ਼ਰੂਰੀ ਤਾਂ ਸਾਰਾ ਕੁਝ ਹੀ ਹੈ, ਹਾਊਐਵਰ ਦਾ ਕਨੈਕਟਰ ਹੀ ਉਹ ਹੈ ਕਿ ਉਹ ਗੱਲ ਨੂੰ ਕੰਟਰਾਡਿਕਟ ਕਰ ਦਿੰਦਾ, ਜਿਹੜੀ ਗੱਲ ਪਹਿਲਾਂ ਚੱਲ ਰਹੀ ਹੈ ਉਹ ਉਸ ਤੋਂ ਬਾਅਦ ਗੱਲ ਉਲਟ ਹੋ ਜਾਂਦੀ ਹੈ, ਠੀਕ ਹੈ। ਤਾਂ ਰੀਡਿੰਗ ਦੇ ਵਿੱਚ ਤੁੱਕਾ ਕੁਝ ਵੀ ਨਹੀਂ ਹੈਗਾ, ਜੇ ਆਪਾਂ ਕਹੀਏ ਵੀ ਤੁੱਕਾ ਕੁਝ ਹੈਗਾ, ਤੁੱਕਾ ਕੁਝ ਵੀ ਨਹੀਂ। ਅੰਡਰਸਟੈਂਡਿੰਗ ਦੇ ਨਾਲ ਨਾਲ ਤੁੱਕਾ ਜ਼ਰੂਰ ਚੱਲਦਾ ਹੈ, ਠੀਕ ਹੈ। ਹੁਣ ਦੇਖੋ ਆ ਆਪਾਂ ਚੀਜ਼ਾਂ ਨੂੰ ਅੰਡਰਸਟੈਂਡ ਕੀਤੀਆਂ, ਠੀਕ ਹੈ, ਤੇ ਆਪਾਂ ਪਹਿਲੀ ਇੱਕ ਦੋ ਲਾਈਨਾਂ ਦੇਖੀਆਂ, ਕਾਫੀ ਆਪਾਂ ਨੂੰ ਆਨਸਰ ਕਲੋਜ਼ ਜ਼ਰੂਰ ਹੋਏ, ਬਟ ਮੈਂ ਫਿਰ ਵੀ ਤੁਹਾਨੂੰ ਸ਼ਿਓਰਟੀ ਲੈਣ ਦੇ ਲਈ ਕਿਹਾ ਵੀ 2 ਲਾਈਨਾਂ ਹੋਰ ਪੜ੍ਹ ਲਓ। ਫਿਰ ਵੀ ਆਪਾਂ ਕਿੰਨਾ ਪੈਸੇਜ ਛੱਡਿਆ। ਹੁਣ ਜੇ ਇਹੀ ਆਬਜ਼ਰਵੇਸ਼ਨ ਦੇ ਨਾਲ ਤੁਸੀਂ ਇੱਕ ਰੀਡਿੰਗ ਇਦਾਂ ਘਰੇ ਕਰੋਗੇ ਤਾਂ ਹੋ ਜਾਂਦੀ ਹੈ, ਜਿਹੜੇ ਆਪਾਂ ਕਹਿੰਦੇ ਨਾ 16-17 ਮਿੰਟ ਚ ਪਹਿਲਾ ਪੈਸੇਜ ਕਰ ਜਾਂਦੇ ਨੇ, ਜੇ ਇੱਕ ਪੈਸੇਜ ਕਰ ਜਾਂਦੇ ਨੇ ਤਾਂ ਉਹਨਾਂ ਕੋਲ ਯਾਰ ਰਾਈਟ ਟੈਕਨੀਕਸ ਨੇ, ਤੇ ਰੀਡਿੰਗ ਟੈਕਨੀਕਸ ਦੇ ਨਾਲ ਹੀ ਨਿਕਲਦੀ ਹੈ। ਹਾਂ ਜਿਨ੍ਹਾਂ ਦੀ ਰੀਡਿੰਗ ਵੈਸੇ ਵੀਕ ਹੈ ਹਾਲੇ, ਉਹ ਮੈਟਰ ਅਲੱਗ ਹੈ, ਬਟ ਜਿਨ੍ਹਾਂ ਨੂੰ ਸਮਝ ਆਉਂਦੀ ਹੈ, ਲੋਕੇਸ਼ਨ ਮਿਲਦੀ ਹੈ, ਪਰ ਟਾਈਮ ਨਹੀਂ ਮੈਨੇਜ ਹੁੰਦਾ, ਉਹਦੇ ਲਈ ਆ ਚੀਜ਼ ਬੈਸਟ ਹੈ, ਠੀਕ ਹੈ। ਸਰ ਮੈਂ ਤਾਂ ਜ਼ਿਆਦਾਤਰ ਪ੍ਰੋਬਲਮ ਫੇਸ ਕਰਦੀ ਹਾਂ ਲੋਕੇਸ਼ਨ ਫਾਈਂਡ ਆਊਟ ਕਰਨ ਦੇ ਵਿੱਚ।
ਦੇਖੋ ਲੋਕੇਸ਼ਨ ਆਪੇ ਹੀ ਫਾਈਂਡ ਆਊਟ ਹੋਊਗੀ ਜਦੋਂ ਕੁਐਸਚਨ ਦੇਖ ਕੇ ਆਉਂਗੇ, ਕੁਐਸਚਨ ਹੀ ਤਾਂ ਦੇਖਣ ਜਾਣਾ ਆਪਾਂ, ਠੀਕ ਹੈ। ਸਰ ਓਕੇ ਚਲੋ ਮੈਂ ਮੈਂ ਡਾਊਟਸ ਜਿਵੇਂ ਲੈਣਾ ਤੁਹਾਨੂੰ ਤੁਹਾਡੇ, ਰਿਕਾਰਡਿੰਗ ਆਫ ਕਰਨਾ ਇੱਕ ਮਿੰਟ।